दोहरा ਮੁਹੰਮਦ ਸ਼ਾਹ ਜਬ ਮਰ ਗਇਓ ਦਿੱਲੀ ਪਰ ਗਇਓ ਰੋਲ। ਜਦੋਂ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ ਦਿੱਲੀ 'ਚ ਰੌਲਾ ਪੈ ਗਿਆ ਵੀ ਬਾਦਸ਼ਾਹ ਕੌਣ ਬਣੇਗਾ। ਰਹਿਓ ਨਜੀਬੈ ਖਾਨ ਓ ਮੁਗਲ ਗਾਜ ਦੀ ਬੋਲ। ਨਜੀਬ ਖਾਨ ਤੇ ਗਾਜਦੀਨ ਇਹ ਦੋ ਵਜ਼ੀਰਾਂ ਦਾ ਆਪਸ ਵਿੱਚ ਟਕਰਾਰ ਹੋ ਗਿਆ। ਗਾਜਦੀਨ ਰੱਟਿਆਂ ਦੀ ਮਦਦ ਚਾਹੁੰਦਾ ਸੀ, ਉਧਰੋਂ ਮਦਦ ਲੈਂਦਾ ਸੀ, ਉਹਨਾਂ ਦੀ ਸ਼ਹਿ ਤੇ ਗੱਲ ਕਰਦਾ ਸੀ ਗਾਜਦੀਨ। ਤੇ ਨਜੀਬ ਖਾਨ ਰੋਹੇਲਾ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਦਾ ਸੀ। ਹਾਂਜੀ, ਚੌਬਈ ਰੋਹੇਲੇ ਨੇ ਪਠਾਨ ਮੰਗਾਇਆ। ਰੋਹੇਲੇ ਨਜੀਬ ਖਾਨ ਰੋਹੇਲੇ ਨੇ ਪਠਾਨ ਅਹਿਮਦ ਸ਼ਾਹ ਅਬਦਾਲੀ ਨੂੰ, ਇਹ ਪਠਾਨ ਸੀਗਾ ਸਾਧ ਸਿੰਘ ਜੀ, ਯਾਦ ਰੱਖਣਾ ਕਿ ਮੁਗਲਾਂ ਦੀ ਤੇ ਪਠਾਨਾਂ ਦੀ ਲੜਾਈ ਚੱਲੀ ਆਈ ਹੈ। ਮੁਗਲ ਪਠਾਣਾ ਭਈ ਲੜਾਈ ਗੁਰੂ ਨਾਨਕ ਸਾਹਿਬ ਤੋਂ ਵੀ 250-300 ਸਾਲ ਪਹਿਲਾਂ ਦਾ ਜੋ ਹਿੰਦੁਸਤਾਨ ਦਾ ਇਤਿਹਾਸ ਦੇਖ ਲਓ, ਉਹਦੇ ਵਿੱਚ ਵੀ ਮੁਗਲਾਂ ਪਠਾਣਾਂ ਦੀ ਲੜਾਈ ਹੁੰਦੀ ਰਹੀ। ਕਦੀ ਮੁਗਲਾਂ ਦਾ ਦਿੱਲੀ ਤੇ ਕਬਜ਼ਾ ਹੁੰਦਾ ਸੀ, ਕਦੀ ਪਠਾਣਾਂ ਦਾ। ਜਦੋਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਉਦੋਂ ਪਠਾਣਾਂ ਦਾ ਰਾਜ ਸੀ। ਸਿਕੰਦਰ ਲੋਧੀ ਤੇ ਇਬਰਾਹਿਮ ਲੋਧੀ ਇਹ ਬਾਦਸ਼ਾਹ ਪਠਾਣਾਂ ਦੇ ਹੋਏ। ਫਿਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਦੌਲਤ ਖਾਨ ਲੋਧੀ ਨੇ ਬੇਨਤੀ ਕੀਤੀ ਕਿ ਮੇਰੇ ਪੁੱਤਰ ਸਿਕੰਦਰ ਲੋਧੀ ਨੇ ਮਰਵਾ ਦਿੱਤੇ ਨੇ ਤੇ ਆਪ ਕਿਰਪਾ ਕਰਕੇ ਉਹਦਾ ਬਦਲਾ ਲੈ ਕੇ ਦਿਓ, ਤਾਂ ਫਿਰ ਬਾਬਰ ਨੂੰ ਬੁਲਾਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਦੌਲਤ ਖਾਨ ਕਾਬਲ ਗਿਆ ਸੀ, ਉੱਥੋਂ ਬਾਬਰ ਨੂੰ ਲੈ ਕੇ ਆਇਆ ਸੀ। ਐਮਨਾਬਾਦ ਦੇ ਵਿੱਚ ਲੜਾਈ ਹੋਈ ਸੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੀ, जैसी मैं आवे खसम की बाणी तैसड़ा करी ज्ञान वे लालो। पाप की जंज लै काबलों ताया जोरी मंगै दान वे लालो। ਜਾਂ ਹੋਰ ਜਿਹੜੇ ਸ਼ਬਦ ਬਾਬਰ ਬਾਣੀ ਦੇ ਹਨ ਆਸਾ ਰਾਗ ਦੇ ਵਿੱਚ ਉਚਾਰੇ ਸੀ, ਉਹਦੇ 'ਚ ਪੰਕਤੀ ਆਉਂਦੀ, ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ। ਮੁਗਲ ਪਠਾਣਾ ਦੀ ਇਹ ਲੜਾਈ ਚੱਲਦੀ ਸਦੀਆਂ ਤੋਂ ਹੁਣ ਤੱਕ ਚੱਲਦੀ ਆ ਰਹੀ ਹੈ। ਸੋ ਸਾਧ ਸੰਗਤ ਜੀ, ਜਿਹੜਾ ਸੀ ਨਜੀਬ ਖਾਨ ਰੋਹੇਲਾ, ਉਹ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਲੀ ਸੱਦਣਾ ਚਾਹੁੰਦਾ ਹੈ। ਮੁਗਲਨ ਕੋ ਵਹਿ ਚਾਹਤ ਮਰਾਇਆ। ਨਜੀਬ ਖਾਨ ਰੋਹੇਲਾ ਚਾਹੁੰਦਾ ਮੁਗਲਾਂ ਨੂੰ ਕੱਢ ਦਈਏ ਹੁਣ ਦਿੱਲੀ ਤੋਂ ਤੇ ਪਠਾਣਾ ਦਾ ਫਿਰ ਕਬਜ਼ਾ ਕਰਾ ਦਈਏ। ਇਹ ਬਿਦ ਸਤਿਗੁਰ ਬਾਤ ਬਣਾਵੇ। ਇਹ ਗੁਰੂ ਸਾਹਿਬ ਹੀ ਬਿਦ ਬਣਾ ਰਹੇ ਸਨ। ਗੁਰੂ ਕਲਗੀਧਰ ਜੀ ਦੇ ਬਚਨ ਜਿਹੜੇ ਸਨ ਸਿੰਘਾਂ ਨੂੰ ਹੋਏ, ਉਹ ਸਮਝੋ ਪੂਰੇ ਹੋਣ ਲੱਗੇ ਹਨ। ਤੁਰਕਾਂ ਦੇ ਇਮ ਤੁਰਕ ਮਰਾਵੇ। ਮਹਾਰਾਜ ਨੇ ਆਖਿਆ ਸੀ ਤੁਰਕਾਂ ਨੂੰ ਤੁਰਕ ਹੀ ਮਾਰਨਗੇ ਤੇ ਸਿੰਘਾਂ ਦਾ ਬੋਲਬਾਲਾ ਹੋ ਜਾਵੇਗਾ। ਸਿੰਘਾਂ ਕੋ ਵਿੱਚ ਲੱਗਿਓ ਦਾਏ। ਇਹਦਾ ਖਾਲਸੇ ਦਾ ਦਾ ਲੱਗ ਗਿਆ, ਸਿੰਘਾਂ ਨੂੰ ਮੌਕਾ ਮਿਲ ਗਿਆ, ਰਸਤਾ ਸਾਫ਼ ਹੋ ਗਿਆ। ਮਾਰੇ ਤੁਰਕਾਂ ਕੋ ਸਿੰਘ ਤਾਏ। ਹੁਣ ਸਿੰਘ ਤੁਰਕਾਂ ਕੋਲੋਂ ਰਾਜ ਖੋਹ ਲੈਣਗੇ। ਹੋਏ ਦੋ ਵੀ ਖਾਲਸੇ ਮਾਰੇ। ਉਹ ਦੋਵੇਂ ਵੀ ਪਠਾਨ ਵੀ ਤੇ ਮੁਗਲ ਵੀ ਸਿੰਘਾਂ ਦੇ ਵੈਰੀ ਸਨ। ਇਹ ਨਹੀਂ ਵੀ ਪਠਾਨ ਸਿੱਖਾਂ ਦੇ ਹਮਦਰਦ ਸਨ, ਉਹ ਵੀ ਉਨੇ ਹੀ ਸਿੱਖਾਂ ਦੇ ਵੈਰੀ। ਅਬਦਾਲੀ ਨੇ ਵੀ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਵੱਡੇ ਘੱਲੂਘਾਰੇ 'ਚ। ਜਹਾਨ ਖਾਨ ਵੀ ਅਬਦਾਲੀ ਦਾ ਹੀ ਜਰਨੈਲ ਸੀ ਜਿਹੜਾ ਬਾਬਾ ਦੀਪ ਸਿੰਘ ਜੀ ਨਾਲ ਲੜਿਆ ਹੈ। ਹੋਰ ਵੀ ਬਹੁਤ ਸਾਰੇ ਜਿਹੜੇ ਅਫਸਰ ਹੋਏ ਨੇ ਜਿਨ੍ਹਾਂ ਨਾਲ ਜੰਗਾਂ ਹੋਈਆਂ, ਪਠਾਨਾਂ ਨਾਲ ਵੀ ਬਰਾਬਰ ਹੋਈਆਂ, ਮੁਗਲਾਂ ਨਾਲ ਵੀ ਹੋਈਆਂ। ਤਾਂ ਮੁਗਲ ਪਠਾਨ ਦੋਵੇਂ ਹੀ ਖਾਲਸੇ ਨੂੰ ਮਾਰਨਾ ਚਾਹੁੰਦੇ, ਖਤਮ ਕਰਨਾ ਚਾਹੁੰਦੇ ਸਨ। ਖਾਲਸਾ ਉਨ ਦੋਵਨ ਕੋ ਗਾਰੇ। ਖਾਲਸਾ ਉਹਨਾਂ ਦੋਵਾਂ ਨੂੰ ਗਾਲ ਕੇ ਪੰਜਾਬ ਦਾ ਮਾਲਕ ਬਣਨਾ ਚਾਹੁੰਦਾ ਸੀ। ਤਿੰਨ ਤਾਕਤਾਂ ਪੰਜਾਬ ਦੇ ਲਈ ਲੜ ਰਹੀਆਂ ਸਨ। ਇੱਕ ਤਾਂ ਸੀਗਾ ਹਿੰਦੁਸਤਾਨ ਦਾ ਮੁਗਲ ਬਾਦਸ਼ਾਹ ਦਿੱਲੀ ਦੇ ਵਿੱਚ ਬੈਠਾ, ਉਹ ਆਪਣਾ ਪੁਸ਼ਤੈਨੀ ਹੱਕ ਦੱਸਦਾ ਸੀ ਕਿ ਪੰਜਾਬ ਸਾਡਾ ਹਿੰਦੁਸਤਾਨ ਦਾ ਸੂਬਾ ਹੈ, ਅਸੀਂ ਪੰਜਾਬ ਦੇ ਮਾਲਕ ਹਾਂ, ਹੋਰ ਕੋਈ ਪੰਜਾਬ 'ਚ ਕੁਸਕ ਨਹੀਂ ਸਕਦਾ। ਉਹਦੇ ਵੱਲੋਂ ਸਨ ਮੌਕੇ ਦੇ ਜਿਹੜੇ ਹਾਕਮ ਰਹੇ ਜ਼ਕਰੀਆ ਖਾਨ, ਉਸ ਤੋਂ ਪਹਿਲਾਂ ਸਰਬੁਲੰਦ ਖਾਨ, ਉਸ ਤੋਂ ਪਹਿਲਾਂ ਜ਼ਬਰਦਸਤ ਖਾਨ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਲਾਹੌਰ ਦਾ ਸੂਬੇਦਾਰ ਰਿਹਾ। ਹੁਣ ਉੱਥੇ ਮੀਰ ਮੰਨੂ ਜਿਹੜਾ ਹੈ ਉਹ ਦਿੱਲੀ ਵੱਲੋਂ ਹੀ ਹੈ, ਮੁਗਲਾਂ ਵੱਲੋਂ ਹੀ ਹੈ। ਦੂਸਰਾ ਸਾਧ ਸੰਗਤ ਦੂਸਰੀ ਤਾਕਤ ਅਬਦਾਲੀ ਪਠਾਣਾ ਦੀ ਹੈ, ਜਿਹੜੇ ਚਾਹੁੰਦੇ ਆ ਵੀ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਬਣ ਜਾਵੇ। ਜੇ ਤਾਂ ਸਾਡਾ ਦਿੱਲੀ ਤੇ ਕਬਜ਼ਾ ਹੋ ਗਿਆ ਠੀਕ ਹੈ, ਨਹੀਂ ਤਾਂ ਕਮ ਸੇ ਕਮ ਲਾਹੌਰ ਤਾਂ ਸਾਡੇ ਕਬਜ਼ੇ 'ਚ ਹੋਣਾ ਚਾਹੀਦਾ, ਸਰਹੰਦ ਸਾਡੇ ਕਬਜ਼ੇ 'ਚ ਹੋਣਾ ਚਾਹੀਦਾ।
ਤੀਸਰੀ ਤਾਕਤ ਖਾਲਸਾ ਪੰਥ ਹੈ। ਉਹ ਕਹਿੰਦੇ ਨਾ ਪਠਾਣਾ ਨੂੰ ਦੇਣਾ, ਨਾ ਦਿੱਲੀ ਵਾਲਿਆਂ ਕੋਲ ਰਹਿਣ ਦੇਣਾ। ਇਹ ਤਾਂ ਖਾਲਸੇ ਦਾ ਹੈ ਤੇ ਪੰਜਾਬ 'ਚ ਸਿੰਘਾਂ ਨੇ ਰਹਿਣਾ, ਸਿੰਘਾਂ ਦਾ ਹੀ ਰਾਜ ਹੋਣਾ। ਤਿੰਨ ਤਾਕਤਾਂ ਲੜ ਰਹੀਆਂ ਹਨ ਆਪਸ ਵਿੱਚ। ਹਾਂਜੀ। ਦੋਹਰਾ ਗਾਇਤੀ ਸਦੇ ਮਰਹਟੇ ਘੇਰਿਓ ਰੋਹਲਿਓ ਆਏ। ਹਿੰਦੁਸਤਾਨ ਦੇ 4 ਵਜ਼ੀਰਾਂ ਚੋਂ ਇੱਕ ਗਾਜਦੀਨ ਸੀ। ਗਾਜਦੀਨ ਨੇ ਮਰਹੱਟਿਆਂ ਨੂੰ ਸੱਦ ਲਿਆ। ਜਿਹੜੇ ਮਰਹੱਟੇ ਮਹਾਰਾਸ਼ਟਰ 'ਚ ਬੜੀ ਭਾਰੀ ਫੌਜ ਸੀ ਮਰਹੱਟਿਆਂ ਕੋਲ। ਸਿੱਖਾਂ ਨਾਲੋਂ ਤਾਂ ਉਹਨਾਂ ਦੀ ਫੌਜ ਬਹੁਤ ਜ਼ਿਆਦਾ ਸੀਗੀ ਮਰਹੱਟਿਆਂ ਦੀ, ਤੇ ਲੜਾਕੇ ਵੀ ਬੜੇ ਸਨ। ਉਹਨਾਂ ਨੂੰ ਗਾਜਦੀਨ ਨੇ ਦਿੱਲੀ ਸੱਦ ਲਿਆ ਤੇ ਉਹਨਾਂ ਨੇ ਆ ਕੇ ਨਜੀਬ ਖਾਨ ਰੋਹੇਲੇ ਨੂੰ ਘੇਰਾ ਪਾ ਲਿਆ। ਤਿਸ ਤੇ ਅਹਿਮਦ ਸ਼ਾਹ ਕਹੈ ਪਠਾਨ ਸੋ ਲਿਓ ਬੁਲਾਏ। ਜਦੋਂ ਗਾਜਦੀਨ ਨੇ ਮਰਹੱਟੇ ਸੱਦੇ, ਨਜੀਬ ਖਾਨ ਨੇ ਅਬਦਾਲੀ ਸੱਦ ਲਿਆ, ਪਠਾਨ ਸੱਦ ਲਏ ਵੀ ਸਾਡੀ ਮਦਦ ਤੇ ਆਓ। ਹਾਂਜੀ। ਚੌਪਈ ਤਬੁਨ ਅਹਿਮਦ ਸ਼ਾਹ ਬੁਲਾਇਆ। ਖਾਨ ਰੋਹੇਲੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਾਬਲ ਤੋਂ ਬੁਲਾ ਲਿਆ। ਖਾਨ ਉਸੇ ਨੇ ਛੁਡਾਇਆ। ਅਬਦਾਲੀ ਨੇ ਆ ਕੇ ਨਜੀਬ ਖਾਨ ਦੀ ਜਾਨ ਮਰਹੱਟਿਆਂ ਤੋਂ ਛੁਡਾਈ ਹੈ। ਲਾਹੌਰ ਸਰਹੰਦ ਉਸੇ ਨੇ ਮੱਲੀ। ਅਬਦਾਲੀ ਨੇ ਲਾਹੌਰ ਤੇ ਸਰਹੰਦ ਮੱਲ ਲਈ, ਕਬਜ਼ੇ ਕਰ ਲਏ ਸਾਰੀਆਂ ਥਾਵਾਂ ਤੇ। ਛੁਡਾਏ ਲਈ ਮਰਹੱਟੇ ਤੇ ਦਿੱਲੀ, ਔਰ ਦਿੱਲੀ ਵੀ ਮਰਹੱਟਿਆਂ ਤੋਂ ਛੁਡਾ ਲਈ। ਗਾਜਦੀ ਫੇਰ ਮਰਹੱਟੇ ਬੁਲਾਏ। ਗਾਜਦੀਨ ਨੇ ਦੁਬਾਰਾ ਫੇਰ ਮਰਹੱਟੇ ਬੁਲਾ ਲਏ। ਮਰਹੱਟਿਆਂ ਦੀ ਫੌਜ ਹੋਰ ਦੁਬਾਰਾ ਸੱਦ ਲਈ। ਇਹ ਕਈ ਵਾਰੀ ਮਰਹੱਟਿਆਂ ਦਾ ਕਬਜ਼ਾ ਹੋਇਆ ਦਿੱਲੀ ਤੇ, ਕਈ ਵਾਰੀ ਪਠਾਣਾ ਦਾ ਹੋਇਆ ਤੇ ਕਈ ਵਾਰ ਸਿੰਘਾਂ ਦਾ ਫਿਰ ਹੋਇਆ। ਇੱਦਾਂ ਇਹ ਜਿਹੜਾ ਲਗਭਗ 1750 ਤੋਂ ਬਾਅਦ ਸਾਧ ਸੰਗਤ ਜੀ 1750 ਤੋਂ ਲੈ ਕੇ 1803 ਤੱਕ ਤਾਂ ਕਈ ਤਾਕਤਾਂ ਦਿੱਲੀ ਤੇ ਆਉਂਦੀਆਂ ਰਹੀਆਂ, ਜਾਂਦੀਆਂ ਰਹੀਆਂ। ਨਾਮ ਧਰੀਕ ਮੁਗਲ ਬਾਦਸ਼ਾਹ ਰਿਹਾ ਬਸ ਨਾ ਮਾਤਰ। ਤੇ ਕਈ ਵਾਰੀ ਸਿੱਖਾਂ ਦਾ ਸਿੱਕਾ ਚੱਲ ਜਾਂਦਾ ਸੀ, ਬਾਬੇ ਬਘੇਲ ਸਿੰਘ ਜੀ ਵਰਗਿਆਂ ਦਾ, ਅੱਗੇ ਕਥਾ ਹੋਏਗੀ ਜਾ ਕੇ। ਕਦੀ ਮਰਹੱਟਿਆਂ ਦਾ ਰਾਜ ਹੋ ਜਾਂਦਾ ਸੀ, ਕਦੀ ਮੁਗਲਾਂ ਦਾ ਤੇ ਕਦੀ ਪਠਾਣਾ ਦਾ। ਤੇ ਫਿਰ ਅੰਗਰੇਜ਼ਾਂ ਨੇ ਪੱਕੇ ਪੈਰ ਜਮਾਏ। 1803 ਤੋਂ ਬਾਅਦ ਉਹਨਾਂ ਨੇ ਕੰਪਨੀ ਜਿਹੜੀ ਸੀ ਈਸਟ ਇੰਡੀਆ ਕੰਪਨੀ ਉਹ ਲਾ ਦਿੱਤੀ। ਮੁਗਲ ਬਾਦਸ਼ਾਹ ਉਹਨਾਂ ਦੇ ਮਤਹਿਤ ਰਾਜ ਕਰਦਾ ਰਿਹਾ 50-60 ਸਾਲ। ਜਿਹੜਾ ਕਹਿੰਦੇ ਆ ਨਾ ਵੀ 1857 ਦੇ ਗਦਰ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਹੋਇਆ, ਉਹ ਸਾਧ ਸੰਗਤ ਜੀ ਸਿੱਧੇ ਤੌਰ ਤੇ ਬਾਦਸ਼ਾਹ ਉਹਨਾਂ ਨੇ ਖਤਮ ਕਰ ਦਿੱਤਾ। ਪਰ ਵੈਸੇ ਰਾਜ ਉਹਨਾਂ ਦਾ ਬਹੁਤ ਪਹਿਲਾਂ ਹੋ ਚੁੱਕਾ ਸੀ। 50-60 ਸਾਲ ਪਹਿਲਾਂ ਉਹ ਲਾਹੌਰ ਦਿੱਲੀ ਤੇ ਕਬਜ਼ਾ ਕਰ ਚੁੱਕੇ ਸਨ ਅੰਗਰੇਜ਼। ਸੋ ਉਹ ਕਥਾ ਭਾਈ ਸਾਹਿਬ ਜੀ ਇੱਥੇ ਲਿਖ ਰਹੇ ਹਨ। ਸੋ ਰੋਹੇਲੇ ਤੇ ਗਿਰਦ ਕਰਵਾਏ। ਕਹਿੰਦੇ ਫੇਰ ਮਰਹੱਟੇ ਗਾਜਦੀਨ ਨੇ ਸਾਧ ਲਏ, ਰੋਹੇਲੇ ਨੂੰ ਫੇਰ ਘੇਰਾ ਪਾ ਬੈਠੇ। ਰੋਹੇਲੇ ਨੇ ਫਿਰ ਸੱਦੇ ਪਠਾਨ। ਰੋਹੇਲੇ ਨੇ ਫੇਰ ਦੁਬਾਰਾ ਪਠਾਨ ਸੱਦ ਲਏ। ਸੋ ਕਰ ਆਇਓ ਕਾਬਲੋ ਤਾਨ। ਅਬਦਾਲੀ ਫੇਰ ਬੜੀ ਭਾਰੀ ਫੌਜ ਲੈ ਕੇ ਆ ਗਿਆ। ਮੀਰ ਮਨੂ ਕੋ ਸੁਸਤੀ ਪਈ। ਉਸ ਵੇਲੇ ਮੀਰ ਮਨੂ ਸੁਸਤ ਜਿਹਾ ਪੈ ਗਿਆ। ਲਾਹੌਰ 'ਚ ਬੈਠਾ ਸੀ, ਉਹ ਬੜੇ ਚਿੰਤਾ 'ਚ ਪੈ ਗਿਆ ਵੀ ਮੈਂ ਹੁਣ ਕੀ ਕਰਾਂ। ਦਿੱਲੀ ਤੇ ਕੁਛ ਮਦਦ ਨਾ ਆਈ। ਕਿਉਂਕਿ ਮੀਰ ਮਨੂ ਦੀ ਮਦਦ ਕਰਨ ਵਾਸਤੇ ਦਿੱਲੀ ਤੋਂ ਕੋਈ ਆਇਆ ਨਹੀਂ ਫੌਜ। ਮੀਰ ਮਨੂ ਪੰਜਾਬ ਦਾ ਸੂਬੇਦਾਰ ਸੀ। ਉਹ ਆਪਣੇ ਆਪ ਇੰਨੀ ਤਾਕਤ ਨਹੀਂ ਸੀ ਰੱਖਦਾ ਵੀ ਅਬਦਾਲੀ ਦਾ ਮੁਕਾਬਲਾ ਕਰ ਸਕੇ। ਉਹਨੂੰ ਪਿੱਛੋਂ ਦਿੱਲੀ ਤੋਂ ਸੀਗਾ ਵੀ ਦਿੱਲੀ ਵਾਲੇ ਮੇਰੀ ਮਦਦ ਕਰਨਗੇ। ਆਨ ਕਾਬਲੀ ਸਹਾਦਰੇ ਪਰਿਓ। ਅਹਿਮਦ ਸ਼ਾਹ ਅਬਦਾਲੀ 1753 ਦੇ ਵਿੱਚ ਸ਼ਾਹਦਰੇ ਆ ਢੁੱਕਿਆ। ਸ਼ਾਹਦਰਾ ਲਾਹੌਰ ਦੇ ਲਾਗੇ ਇੱਕ ਸ਼ਹਿਰ ਹੈ, ਉੱਥੇ ਫੌਜਾਂ ਉਤਰ ਗਈਆਂ। ਵਿੱਚ ਲਾਹੌਰ ਕੌੜਾਮਲ ਅੜਿਓ। ਤੇ ਕੌੜਾਮਲ ਲਾਹੌਰ ਦੇ ਵਿੱਚ ਜਿਹੜਾ ਦੀਵਾਨ ਸੀਗਾ ਉਹ ਬੜਾ ਸੂਰਮਾ ਸੀ, ਗੁਰੂ ਕਾ ਪਿਆਰਾ ਪ੍ਰੇਮੀ ਸਿੱਖ ਸੀਗਾ। ਉਹ ਅੜ ਗਿਆ, ਅਬਦਾਲੀ ਦੇ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ। ਤਿੰਨ ਸਿੰਘਨ ਕੋ ਲਿਖਿਓ ਬਨਾਈ। ਦੀਵਾਨ ਕੌੜਾਮਲ ਨੇ ਖਾਲਸੇ ਨੂੰ ਚਿੱਠੀ ਲਿਖੀ, ਹਮ ਤੁਮ ਹਿੰਦੂ ਇੱਕ ਗੁਰ ਪਾਈ। ਦੀਵਾਨ ਕੌੜਾਮਲ ਕਹਿਣ ਲੱਗੇ ਆਪਾਂ ਸਾਰੇ ਗੁਰੂ ਕੇ ਸਿੱਖ ਹਾਂ, ਹਿੰਦੂ ਸਿੱਖ ਗੁਰੂ ਨੂੰ ਮੰਨਦੇ ਹਾਂ। ਦੀਨ ਮਜਮ ਕੀ ਬਾਤ ਸੁਣਾਈ। ਦੀਨ ਮਜਬ ਦਾ ਯੁੱਧ ਹੈ ਤੇ ਸਾਡੀ ਅਬਦਾਲੀ ਨਾਲ ਟੱਕਰ ਹੋਣੀ ਹੈ। ਗਿਲਜਨ ਕੋ ਤੁਮ ਦੇਹੁ ਹਟਾਈ। ਖਾਲਸਾ ਜੀ ਜਿਹੜੇ ਪਠਾਨ ਚੜ੍ਹ ਕੇ ਆ ਰਹੇ ਨੇ ਇਹ ਸਾਡੇ ਦੁਸ਼ਮਣ ਨੇ ਤੇ ਤੁਹਾਡੇ ਮਿੱਤਰ ਨਹੀਂ। ਜੇ ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ
ਤਾਂ ਇਹਨਾਂ ਨੇ ਪੰਜਾਬ ਦੀ ਇੱਜ਼ਤ ਮਿੱਟੀ 'ਚ ਰੋਲ ਦੇਣੀ ਹੈ ਤੇ ਆਪਾਂ ਇਕੱਠੇ ਹੋ ਕੇ ਅਬਦਾਲੀ ਨੂੰ ਭਜਾ ਦਈਏ। ਦਇਓ ਖਰਚ ਕੋ ਸਿੱਕਾ ਦਾਰੂ। ਦੀਵਾਨ ਕੌੜਾ ਮੱਲ ਕਹਿਣ ਲੱਗਾ, ਖਰਚੇ ਵੱਲੋਂ ਤੁਸੀਂ ਨਾ ਘਬਰਾਓ, ਜਿੰਨਾ ਅਸਲਾ ਚਾਹੀਦਾ ਸਾਡੇ ਕੋਲੋਂ ਲਓ। ਦਾਰੂ ਸਿੱਕਾ ਸਾਰਾ ਸਿੰਘਾਂ ਨੂੰ ਵਰਤਾਇਆ ਗਿਆ। ਟਕੋ ਦੇਨ ਕੋ ਕਿਉ ਤਿਆਰੂ। ਔਰ ਕਈ ਲੱਖਾਂ ਰੁਪਈਆ ਖਾਲਸੇ ਨੂੰ ਦੇਣ ਵਾਸਤੇ ਮੀਰ ਮਨੂੰ ਤੋਂ ਹਾਮੀ ਭਰਵਾ ਲਈ ਦੀਵਾਨ ਕੌੜਾ ਮੱਲ ਨੇ। ਮੀਰ ਮਨੂੰ ਤੇ ਦਇਓ ਲਿਖਾਏ। ਮੀਰ ਮਨੂੰ ਨੇ ਸਿੰਘਾਂ ਨੂੰ ਲਿਖ ਕੇ ਦਿੱਤਾ ਵੀ ਤੁਸੀਂ ਇੱਕ ਵਾਰੀ ਮੇਰੀ ਮਦਦ ਕਰੋ, ਉਸ ਤੋਂ ਬਾਅਦ ਜੋ ਤੁਸੀਂ ਮੰਗੋਗੇ ਪੰਜਾਬ ਵਿੱਚ ਮੈਂ ਉਹ ਤੁਹਾਨੂੰ ਹਾਜ਼ਰ ਕਰਾਂਗਾ। ਸੋਭੇ ਘਲਿਓ ਸਿੰਘਨ ਕੇ ਪਾਏ। ਮੀਰ ਮਨੂੰ ਨੇ ਖਾਲਸੇ ਦੀਆਂ ਖੁਸ਼ੀਆਂ ਲੈਣ ਵਾਸਤੇ, ਖਾਲਸੇ ਨੂੰ ਪ੍ਰਸੰਨ ਕਰਨ ਵਾਸਤੇ ਸਾਰੀਆਂ ਹੀ ਸ਼ਰਤਾਂ ਸਿੰਘਾਂ ਦੀਆਂ ਮੰਨਣੀਆਂ ਪ੍ਰਵਾਨ ਕਰ ਲਈਆਂ। ਦੋਹਰਾ ਇਸ ਕੋ ਨੀਮ ਕੋ ਮੋੜ ਕੇ ਫਿਰ ਹਮ ਕਰੇ ਹੈ ਗੱਲ। ਮੀਰ ਮਨੂੰ ਕਹਿਣ ਲੱਗਾ, ਖਾਲਸਾ ਜੀ ਇੱਕ ਵਾਰੀ ਤੁਸੀਂ ਮੇਰੀ ਮਦਦ ਕਰੋ, ਇੱਕ ਵਾਰੀ ਅਬਦਾਲੀ ਨੂੰ ਭਜਾ ਦਈਏ ਰਲ ਕੇ ਆਪਾਂ, ਫਿਰ ਆਪਾਂ ਰਲ ਕੇ ਪੰਜਾਬ ਦੇ ਵਿੱਚ ਗੱਲ ਕਰਾਂਗੇ। ਜੋ ਤੁਸੀਂ ਮੰਗੋਗੇ ਪੰਜਾਬ ਦੇ ਵਿੱਚ ਤੁਹਾਨੂੰ ਉਹ ਮਿਲੇਗਾ। ਆਕੀ ਜੋ ਹਮ ਤੇ ਰਹਿ ਲਿਓ ਮੁਲਕ ਤੁਮ ਮੱਲ। ਜਿਹੜਾ ਮੁਲਕ ਸਾਡੇ ਕਬਜ਼ੇ 'ਚ ਨਹੀਂ, ਸਾਡੇ ਤੋਂ ਆਕੀ ਹੋਇਆ, ਉਹ ਮੈਂ ਤੁਹਾਨੂੰ ਦੇ ਦਿਆਂਗਾ, ਤੁਸੀਂ ਮੰਨ ਲਿਆ ਜੇ, ਖੋ ਲਿਆ ਜੇ। ਯਾਨੀ ਜਿਵੇਂ ਲਾਹੌਰ ਦੇ ਇਲਾਕੇ 'ਚ ਪਹਾੜ ਦੇ ਰਾਜੇ ਵੀ ਆਉਂਦੇ ਸਨ, ਪਰ ਕਈ ਸਾਲ ਹੋ ਗਏ ਪਹਾੜ ਦੇ ਰਾਜਾ ਨੇ ਟੈਕਸ ਨਹੀਂ ਸੀ ਦਿੱਤਾ। ਉਹ ਸਿੰਘਾਂ ਨੂੰ ਕਹਿੰਦਾ ਵੀ ਜੇ ਤੁਸੀਂ ਇੱਕ ਵਾਰੀ ਅਬਦਾਲੀ ਨੂੰ ਭਜਾ ਦਿਓ, ਮੀਰ ਮਨੂੰ ਕਹਿੰਦਾ ਵੀ ਉਸ ਤੋਂ ਬਾਅਦ ਪਹਾੜ ਦਾ ਇਲਾਕਾ ਤੁਸੀਂ ਉਗਰਾ ਲਓ, ਉਹਦਾ ਮੈਂ ਤੁਹਾਡੇ ਤੋਂ ਕੋਈ ਹਿਸਾਬ ਕਿਤਾਬ ਨਹੀਂ ਪੁੱਛਾਂਗਾ। ਚੌਪਈ ਜਬ ਤੇ ਬੰਦੇ ਰੋਕਾ ਪਹਾੜ। ਜਦੋਂ ਦਾ ਬੰਦੇ ਬਹਾਦਰ ਨੇ ਪਹਾੜ ਦੇ ਵਿੱਚ ਕਬਜ਼ਾ ਕੀਤਾ ਸੀ 40 ਸਾਲ ਹੋ ਗਏ ਨੇ। ਪੈਸਾ ਨਾ ਆਇਆ ਤੁਰਕਨ ਬਾਰ। ਮੀਰ ਮਨੂੰ ਕਹਿੰਦਾ 40 ਸਾਲ ਹੋ ਗਏ ਨੇ, ਪਹਾੜ ਦੇ ਵਿੱਚੋਂ ਇੱਕ ਟਕਾ ਵੀ ਲਾਹੌਰ ਨਹੀਂ ਪਹੁੰਚਿਆ, ਉੱਥੋਂ ਕੋਈ ਸਾਨੂੰ ਉਗਰਾਹੀ ਨਹੀਂ ਆਈ। ਪਹਾੜੀ ਰਾਜੇ ਆਪਣੀ ਮਰਜ਼ੀ ਕਰਦੇ ਨੇ। ਹੁਣ ਕੈ ਖਾਲਸੇ ਸੋ ਕਰੀ ਖੁਆਰੀ। ਤੇ ਨਾਲੇ ਹੁਣੇ ਤੁਹਾਡੇ ਸਿੰਘਾਂ ਨੂੰ ਲੱਖੂ ਦੇ ਟਾਈਮ ਤੇ ਪਹਾੜੀਆਂ ਨੇ ਬਹੁਤ ਦੁੱਖ ਦਿੱਤੇ ਨੇ। ਮੁਲਕ ਮੱਲੋ ਤੁਮ ਸੱਤੇ ਧਾਰੀ। ਸਿੰਘੋ ਅੱਜ ਤੋਂ ਬਾਅਦ ਮੈਂ ਤੁਹਾਨੂੰ ਪੱਕਾ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਸੀਂ ਪਹਾੜ ਦਾ ਇਲਾਕਾ ਮੱਲ ਲਓ, ਮੈਂ ਤੁਹਾਡੇ ਰਾਹ ਵਿੱਚ ਰੋੜਾ ਨਹੀਂ ਟਿਕਾਵਾਂਗਾ ਬਲਕਿ ਤੁਹਾਡੀ ਮਦਦ ਕਰਾਂਗਾ। ਮੀਰ ਮਨੂੰ ਨੇ ਆਪਣੀ, ਜਦੋਂ ਕਿਸੇ ਨੂੰ ਗਾਂ ਹੋਵੇ ਨਾ, ਕਹਿੰਦੇ ਸਿਆਣੇ ਕਹਿੰਦੇ ਗਾਂ ਬਣਾਵੇ ਜਿਉਂ, ਜਦੋਂ ਬੰਦੇ ਨੂੰ ਲੋੜ ਪਈ ਹੋਵੇ ਤੇ ਉਹ ਸਾਰੇ ਕੰਮ, ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੁੰਦਾ। ਮੀਰ ਮਨੂੰ ਕਹਿੰਦਾ ਵੀ ਸਿੰਘੋ ਤੁਸੀਂ ਮੇਰੀ ਮਦਦ ਕਰ ਦਿਓ, ਉਹਦੇ ਬਦਲੇ 'ਚ ਮੈਂ ਤੁਹਾਨੂੰ ਪਹਾੜ ਦਾ ਇਲਾਕਾ ਲਿਖ ਕੇ ਦੇ ਦਿਆਂਗਾ। ਤੁਸੀਂ ਪਹਾੜੀ ਰਾਜਿਆਂ ਕੋਲੋਂ ਰਾਜ ਖੋਹ ਲਓ ਜਾਂ ਉਹਨਾਂ ਦੇ ਕੋਲੋਂ ਟੈਕਸ ਲੈ ਲਓ, ਇਹ ਤੁਹਾਡੀ ਮਰਜ਼ੀ ਹੈ। ਉਹ ਤੁਹਾਡਾ ਜਿਹੜਾ ਖਜ਼ਾਨਾ, ਜਿਹੜਾ ਪਹਾੜ ਦਾ ਲੱਖਾਂ ਰੁਪਈਆਂ ਦੀ ਆਮਦਨ ਹੈ, ਉਹ ਸਾਰੀ ਸਿੱਖਾਂ ਨੂੰ ਮਿਲੇਗੀ। ਪੜੋਲ ਕਠੂਏ ਬਸੋਹਲੀ ਵਾਰੀ। ਬਸੋਹਲੀ, ਪੜੋਲ, ਕਠੂਆ, ਜਿੱਥੇ ਸਿੱਖਾਂ ਦੇ ਬਹੁਤ ਜ਼ੁਲਮ ਹੋਏ ਨੇ ਲੱਖੂ ਦੇ ਟਾਈਮ ਤੇ ਪਹਾੜੀਆਂ ਨੇ ਕੀਤੇ ਨੇ, ਉਹ ਪਹਾੜੀਆਂ ਨੂੰ ਸੋਧਾ ਲਾ ਕੇ ਖਾਲਸਾ ਪੰਥ ਨਾਲੇ ਤੇ ਆਪਣੇ ਸ਼ਹੀਦਾਂ ਦਾ ਬਦਲਾ ਲੈ ਲਵੇ ਤੇ ਨਾਲੇ ਉਹ ਇਲਾਕੇ ਦਾ ਮਾਲਕ ਬਣ ਜਾਵੇ। ਲਿਹੋ ਬਦਲੇ ਤੁਮ ਦੂਨ ਪੀਸਾਰੀ। ਤੁਸੀਂ ਪਹਾੜ ਦੀ ਦੂਣ ਤੋਂ, ਜੰਮੂ ਤੋਂ, ਸਾਰੇ ਰਾਜਿਆਂ ਤੋਂ ਬਦਲੇ ਲੈ ਸਕਦੇ ਹੋ ਸਿੰਘੋ। ਉਗਰਾਹੀਏ ਪੈਸਾ ਜਿੱਤੋਂ ਪੰਜਾਬ। ਜਿੰਨਾ ਪੰਜਾਬ ਦਾ ਇਲਾਕਾ ਤੁਸੀਂ ਉਗਰਾਹਣਾ ਚਾਹੁੰਦੇ ਹੋ, ਮਾਇਆ ਟੈਕਸ ਤੁਸੀਂ ਲੈ ਸਕਦੇ ਹੋ। ਹੈ ਪਹਾੜਨ ਮੈਂ ਇਤਨੋ ਤਾਬ। ਜਿੰਨਾ ਪਹਾੜ ਦੇ ਵਿੱਚ ਮਾਲ ਮੱਤਾ ਸਭ ਸਿੰਘਾਂ ਦਾ। ਔਰ ਮੈਂ ਤੁਹਾਨੂੰ ਇਹ ਜਾਣਕਾਰੀ ਦਿੰਦਾ ਹਾਂ ਕਿ ਪਹਾੜ ਦੀ ਉਗਰਾਹੀ ਨਾਲ ਹੀ ਪੰਥ ਮਰਦਾ ਨਹੀਂ ਭੁੱਖਾ। ਇੰਨੀ ਆਮਦਨ ਹੋ ਜਾਏਗੀ ਸਿੱਖਾਂ ਕੋਲ ਵੀ ਉਹ ਇੱਕ ਤਰ੍ਹਾਂ ਦੇ ਰਾਜੇ ਬਣ ਜਾਣਗੇ। ਦੋਹਰਾ ਸੋ ਸਿੰਘ ਇਕੱਤਰ ਪੈ ਕਰਕੇ ਸੋ ਅਰਦਾਸ। ਸੋ ਸਾਧ ਸੰਗਤ ਜੀ ਏਦਾਂ 100 ਸਿੰਘਾਂ ਦੇ ਜਥੇ ਇਕੱਠੇ ਹੋਣ ਲੱਗ ਪਏ। ਜਦੋਂ ਦੀਵਾਨ ਕੌੜਾ ਮੱਲ ਜੀ ਨੇ ਇਹ ਖਬਰਾਂ ਖਾਲਸੇ ਕੋਲ ਭੇਜੀਆਂ ਵੀ ਸਿੰਘੋ ਹੁਣ ਸਮਾਂ ਹੈ, ਆਪਾਂ ਮੀਰ ਮਨੂੰ ਤੋਂ ਕੋਈ ਚੀਜ਼ ਲਿਖਵਾ ਲਈਏ, ਕੋਈ ਫਾਇਦਾ ਉਠਾ ਲਈਏ, ਤੇ ਮੀਰ ਮਨੂੰ ਦੇ ਰਿਹਾ, ਤੁਸੀਂ ਕਿਉਂ ਨਹੀਂ ਛੱਡਦੇ, ਉਹ ਲੈ ਲਓ। ਤਾਂ ਸਿੰਘਾਂ ਨੇ ਵੀ ਸਲਾਹ ਕਰ ਲਈ ਵੀ ਠੀਕ ਹੈ, ਜਿਹੜੀ ਭੇਟਾ ਆਉਂਦੀ ਪਹਿਲਾਂ ਉਹ ਤਾਂ ਲਈਏ, ਪਹਿਲਾਂ ਪਹਾੜ ਦਾ ਲਈਏ, ਫਿਰ ਲਾਹੌਰ ਬਾਅਦ 'ਚ ਲੈ ਲਾਂਗੇ।
ਨਾ ਸਮੇਂ ਨਾਲ ਹੀ ਹੁੰਦਾ ਨਾ ਸਾਰਾ, ਤਰੀਕੇ ਨਾਲ ਇੱਕ ਕਦਮ ਰੱਖੋ ਫਿਰ ਦੂਜੇ ਦੀ ਥਾਂ ਬਣ ਜਾਂਦੀ ਹੈ। ਸਿੰਘਾਂ ਨੇ ਸਲਾਹ ਕੀਤੀ, 100 ਸਿੰਘਾਂ ਦੇ ਜਥੇ ਇਕੱਠੇ ਹੋਣ ਲੱਗੇ। ਡੇਰਾ ਕਣੀਏ ਕੇ ਕੀਆ ਚੱਲੇ ਕੋੜਾ ਮਲ ਪਾਸ। ਸਾਧ ਸੰਗਤ ਜੀ ਥੋੜੇ ਹੀ ਸਿੰਘ ਸਨ, ਕੋਈ 200-400 ਸਿੰਘ, 100 ਕੁ ਸਿੰਘ ਮੁਖੀ ਸਨ ਜਿਹੜੇ। ਇਹ ਘਣੀਆਂ ਕਿ ਬਾਂਗਰ ਪਿੰਡ ਹੈਗਾ ਇੱਧਰ ਬਟਾਲੇ ਦੇ ਲਾਗੇ 'ਚ, ਉੱਥੇ ਸਿੰਘਾਂ ਦਾ ਡੇਰਾ ਸੀਗਾ। ਸਿੰਘ ਉੱਥੇ ਇਕੱਠੇ ਹੋਏ, ਉੱਥੋਂ ਉਹਨਾਂ ਨੇ ਲਾਹੌਰ ਨੂੰ ਜਾਣਾ ਸੀ, ਕੌੜਾ ਮੱਲ ਦੇ ਕੋਲ। ਚੌਪਈ ਤਬ ਆਪਸ ਮੈਂ ਸਿੰਘੀ ਲੜੇ। ਭਾਣਾ ਉੱਥੇ ਹੋਰ ਵਰਤ ਗਿਆ ਕਿ ਸਿੱਖ ਆਪਸ 'ਚ ਲੜ ਪਏ। ਸਿੰਘਾਂ ਦੀ ਆਪਸ 'ਚ ਉੱਥੇ ਗੁੱਥਮ ਗੁੱਥਾ ਹੋ ਗਈ, ਲੜਾਈ ਹੋ ਗਈ। ਆਪਣੀ ਆਪ ਖੁਆਰੀ ਪਰੇ। ਸਿੱਖਾਂ ਦੀ ਇਹ ਬਦਕਿਸਮਤੀ ਕਈ ਵਾਰੀ ਆ ਜਾਂਦੀ ਰਹੀ ਹੈ ਵੀ ਜਦੋਂ ਕੋਈ ਕਾਮਯਾਬੀ ਦਾ ਟਾਈਮ ਆਉਂਦਾ ਉਦੋਂ ਇਹ ਆਪਸ 'ਚ ਲੜ ਪੈਂਦੇ, ਖੁਆਰੀ ਕਰ ਲੈਂਦੇ ਹਨ। ਹਰੀ ਸਿੰਘ ਭੰਗੀ ਦਗਾ ਕਮਾਇਆ। ਉਸ ਵੇਲੇ ਹਰੀ ਸਿੰਘ ਭੰਗੀ ਜਾਂ ਭੰਗੀ ਯਾਨੀ ਮਿਸਲ ਵੱਡੀ ਮਿਸਲ ਸੀ ਪੰਥ ਵਿੱਚ। ਇਹ ਹਰੀ ਸਿੰਘ ਪੰਜਵੜ ਪਿੰਡ ਦਾ ਰਹਿਣ ਵਾਲਾ ਸੀ, ਲਾਗੇ ਤਰਨਤਾਰਨ ਸਾਹਿਬ ਦੇ ਨੇੜੇ ਹੈ ਪੰਜਵੜ ਪਿੰਡ, ਉੱਥੋਂ ਦਾ ਸੀ ਹਰੀ ਸਿੰਘ ਭੰਗੀ। ਬੜਾ ਜਰਨੈਲ ਯੋਧਾ ਹੋਇਆ ਪੰਥ ਦੇ ਵਿੱਚ, ਪਰ ਉਸ ਵੇਲੇ ਇਹਦੇ ਹੱਥੋਂ ਭਾਈ ਜੱਸਾ ਸਿੰਘ ਰਾਮਗੜੀਏ ਦਾ ਭਰਾ ਮਾਰਿਆ ਗਿਆ। ਖੁਸ਼ਹਾਲ ਸਿੰਘ ਰਾਮਗੜੀਆ ਕਾਇਆ। ਰਾਮਗੜੀਆਂ ਦਾ ਖੁਸ਼ਹਾਲ ਸਿੰਘ ਜੱਸੇ ਸਿੰਘ ਦਾ ਭਰਾ ਸੱਕਾ, ਉਹ ਹਰੀ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ। ਸਭ ਸਿੰਘਾਂ ਨੇ ਮਾਨਿਓ ਬੁਰਾ। ਇਸ ਗੱਲ ਦੀ ਸਾਰੇ ਪੰਥ ਨੇ ਬੁਰੀ ਮਨਾਈ ਵੀ ਇਹ ਬਹੁਤ ਗਲਤ ਹੋ ਗਈ ਗੱਲ, ਇਹ ਤਾਂ ਸਿੱਖਾਂ ਨੂੰ ਸਿੱਖ ਮਾਰਨ ਲੱਗ ਪਏ, ਹਰੀ ਸਿੰਘ ਨੇ ਗਲਤ ਕੰਮ ਕੀਤਾ। ਹਰੀ ਸਿੰਘ ਨੇ ਜੋ ਮਾਰ ਦਿੱਤਾ ਰਾਮਗੜੀਆ ਸਰਦਾਰ ਖੁਸ਼ਹਾਲ ਸਿੰਘ, ਇਹ ਤਾਂ ਬਹੁਤ ਮਾੜਾ ਕੀਤਾ। ਸਾਰਾ ਪੰਥ ਜਿਹੜਾ ਸੀ ਹਰੀ ਸਿੰਘ ਦੇ ਖਿਲਾਫ ਹੋ ਗਿਆ। ਡੇਰਾ ਭੰਗੀਆਂ ਲੁੱਟਣ ਕਰਾ। ਤੇ ਫੌਜਾਂ ਖਾਲਸੇ ਦੀਆਂ ਜੜ ਪਈਆਂ, ਭੰਗੀਆਂ ਤੇ ਹੱਲਾ ਕਰ ਦਿੱਤਾ। ਭੰਗੀਆਂ ਦੀ ਮਿਸਲ ਦਾ ਡੇਰਾ ਸਿੰਘਾਂ ਨੇ ਲੁੱਟ ਲਿਆ। ਯਹੀ ਬਾਤ ਭੰਗੀਆਂ ਸੁਣ ਪਾਈ। ਜਦੋਂ ਭੰਗੀਆਂ ਦੀ ਵੱਡੀ ਮਿਸਲ ਨੂੰ ਪਤਾ ਲੱਗਾ ਫੌਜ ਨੂੰ, ਆਗੇ ਭੰਗੀ ਚਲੇ ਪਰਾਈ। ਸਿੰਘ ਪਿੱਛੋਂ ਆ ਰਹੇ ਆ ਬਹੁਤ ਜ਼ਿਆਦਾ। ਭੰਗੀਆਂ ਦੀ ਮਿਸਲ ਅੱਗੇ ਅੱਗੇ ਦੌੜ ਪਈ। ਦੋਹਰਾ 10,000 ਭੰਗੀ ਭਜੇ, ਸਿੰਘ ਪੜੇ ਲੈ 20। 10,000 ਮਿਸਲ ਭੰਗੀਆਂ ਦੀ ਗਿਣਤੀ ਸੀਗੀ। ਔਰ ਇੱਕ ਗੱਲ ਯਾਦ ਰੱਖਣਾ ਵੀ 12 ਮਿਸਲਾਂ ਚੋਂ ਉਸ ਵੇਲੇ ਸਭ ਤੋਂ ਵੱਡੀ ਮਿਸਲ ਭੰਗੀਆਂ ਦੀ ਮੰਨੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਦੋਂ ਜਨਮ ਹੋਇਆ ਉਦੋਂ ਲਾਹੌਰ ਤੇ ਭੰਗੀਆਂ ਦਾ ਹੀ ਕਬਜ਼ਾ ਸੀਗਾ, ਤੇ ਭੰਗੀਆਂ ਨੇ ਹੀ ਅਹਿਮਦ ਸ਼ਾਹ ਅਬਦਾਲੀ ਕੋਲੋਂ ਤੋਪ ਖੋਈ ਸੀ, ਜਮਜਮਾ, ਜਿਹਨੂੰ ਅੱਜ ਕੱਲ੍ਹ ਭੰਗੀਆਂ ਦੀ ਤੋਪ ਕਹਿੰਦੇ ਹਨ। ਸੋ ਜਥੇਦਾਰ ਹਰੀ ਸਿੰਘ ਜੀ ਭੰਗੀ ਦੇ ਨਾਲ 10,000 ਸਿੰਘ ਜਿਹੜੇ ਸਨ ਉਹ ਦੌੜ ਪਏ ਪਿੱਛੇ, ਉਹਨਾਂ ਦੇ 20,000 ਸਿੰਘ ਦੂਸਰੀਆਂ ਮਿਸਲਾਂ ਦੇ ਲੱਗ ਪਏ। ਹਿਮਕਰ ਏਈ ਸਿੰਘ ਪੇ ਲੜਨੇ ਵਾਲੇ 30। ਇਹ 30,000 ਹੀ ਸਿੰਘ ਲੜਾਕੀ ਫੌਜ ਸੀ ਜਿਹੜੀ ਆਪਸ ਦੀ ਲੜਨ ਨੂੰ ਤਿਆਰ ਹੋ ਪਈ। ਕੁਦਰਤੀ ਖੇਡ ਪੁੱਠੀ ਪੈ ਗਈ ਕਿ ਜਦੋਂ ਕਿਧਰ ਦੁਸ਼ਮਣ ਨਾਲ ਲੜਨ ਦਾ ਟਾਈਮ ਆਇਆ ਸੀ ਔਰ ਕੁਝ ਲੈਣ ਦਾ ਟਾਈਮ ਆਇਆ ਸੀ, ਉਦੋਂ ਸਿੱਖਾਂ 'ਚ ਦੋ ਧੜੇ ਬਣ ਗਏ। ਚੌਪਈ ਔਰ ਡੇਰਾ ਜਾ ਪਿਓ ਲਾਹੌਰ। ਬਾਕੀ ਫੌਜ ਜਿਹੜੀ ਸਿੱਖ ਸਿੰਘਾਂ ਦੀ ਲਾਹੌਰ ਪਹੁੰਚ ਗਈ। ਬਾਅਦ ਵਿੱਚ ਸਾਧ ਸੰਗਤ ਜੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੋ ਬੁੱਢੇ ਦਲ ਦੇ ਜਥੇਦਾਰ ਸਨ, ਉਹਨਾਂ ਨੇ ਇਹਨਾਂ ਦੋਵਾਂ ਮਿਸਲਾਂ ਦੀ ਸੁਲ੍ਹਾ ਕਰਾਈ ਸੀ, ਪਰ ਵਿੱਚ ਵਿਚਾਲੇ ਜਿਹੜੀ ਹੈ ਨਾ ਉਹ ਖਟਪਟ ਬਾਅਦ ਤੱਕ ਵੀ ਚੱਲਦੀ ਰਹੀ ਹੈ। ਤੇ ਰਾਮਗੜੀਆਂ ਦੀ ਤੇ ਆਹਲੂਵਾਲੀਆਂ ਦੀ ਵੀ ਆਪਸ ਵਿੱਚ ਖਟਪਟ ਸ਼ੁਰੂ ਹੋ ਗਈ ਸੀ। ਇਹ ਕਥਾ ਅਗਲੇ ਇਤਿਹਾਸ ਵਿੱਚ ਜਾ ਕੇ ਆਉਂਦੀ ਹੈ, ਪਰ ਉਸ ਵੇਲੇ ਪਹਿਲੀ ਜਿਹੜੀ ਸਿੱਖਾਂ ਦੀਆਂ ਮਿਸਲਾਂ 'ਚ ਖਟਪਟ ਹੋਈ ਉਹ ਰਾਮਗੜੀਆਂ ਦੀ ਤੇ ਭੰਗੀਆਂ ਦੀ ਮਿਸਲ 'ਚ ਹੋਈ। ਹਾਂਜੀ, ਸ਼ਾਲਾ ਮਾਰ ਬਾਕੇ ਤੌਰ। ਸਿੰਘਾਂ ਦਾ ਇੱਕ ਦਲ ਲਾਹੌਰ ਪਹੁੰਚ ਗਿਆ, ਜਿਹਦੇ ਵਿੱਚ ਜਥੇਦਾਰ ਸੁੱਖਾ ਸਿੰਘ ਮਾੜੀ ਕੰਗੋਕੀ ਵਾਲਾ ਮੋਹਰੀ ਸੀਗਾ। ਸ਼ਾਲਾਮਾਰ ਬਾਗ ਹੈ ਇੱਕ ਲਾਹੌਰ ਦਾ, ਬਹੁਤ ਵੱਡਾ, ਬਾਦਸ਼ਾਹ ਜਹਾਂਗੀਰ ਨੇ ਲਵਾਇਆ ਹੋਇਆ ਬਾਗ ਹੈ। ਉਸ ਬਾਗ ਦੇ ਵਿੱਚ ਖਾਲਸੇ ਨੇ ਜਾਤ ਛਾਉਣੀ ਪਾਈ। ਸਿੰਘ ਲਾਹੌਰੀ ਦਰਵਾਜ਼ੇ ਆਏ, ਤੇ ਸਿੰਘ ਲਾਹੌਰ ਦਰਵਾਜ਼ੇ ਅੰਦਰ ਵੜਨ ਲੱਗੇ ਜਦੋਂ, ਟੇਕੇ ਕਸਾਈ ਗਊ ਫੜਾਏ। ਵੀਰ ਮਨੂ ਨੇ ਸੱਦਿਆ ਸੀ ਸਿੰਘਾਂ ਨੂੰ ਵੀ ਤੁਸੀਂ ਮੇਰੀ ਮਦਦ ਤੇ ਆਓ। ਦੀਵਾਨ ਕੌੜਾ ਮੱਲ ਜੀ ਦੇ ਰਾਹੀਂ ਜਦੋਂ ਸਿੰਘ ਦਰਵਾਜ਼ੇ 'ਚ ਲਾਹੌਰ ਦੇ ਵੜਨ ਲੱਗੇ, ਅੱਗੇ ਕੀ ਦੇਖਿਆ ਵੀ ਕਸਾਈ ਗਊਆਂ ਮਾਰ ਰਹੇ ਹਨ।
ਸੋ ਸਿੰਘਾਂ ਨੇ ਦੀਨੇ ਮਾਰ। ਸਿੰਘਾਂ ਨੇ ਉਹ ਕਸਾਈ ਮਾਰ ਦਿੱਤੇ। ਜਦੋਂ ਕਸਾਈ ਵੇਖੇ ਗਊਆਂ ਦੀ ਹੱਤਿਆ ਕਰਦੇ ਹੋਏ, ਬਾਬਾ ਸੁੱਖਾ ਸਿੰਘ ਦੇ ਸਾਥੀਆਂ ਨੇ ਉਹ ਜਿਹੜੇ ਕਸਾਈ ਸਨ ਨਾ 8-10 ਕਸਾਈ ਝਟਕ ਦਿੱਤੇ। ਭਈ ਦਰਵਾਜ਼ਨ ਮੈਂ ਹੜਤਾਲ। ਉਸੇ ਵੇਲੇ ਸ਼ਹਿਰ ਦੇ ਦਰਵਾਜ਼ੇ ਬੰਦ ਹੋ ਗਏ, ਸ਼ਹਿਰ 'ਚ ਹੜਤਾਲ ਹੋ ਗਈ। ਰੌਲਾ ਪੈ ਗਿਆ ਬਈ ਮੀਰ ਮੰਨੂ ਨੇ ਜਿਹੜੇ ਬੰਦੇ ਸੱਦੇ ਆ ਉਹਨਾਂ ਨੇ ਮੁਸਲਮਾਨ ਕਸਾਈ ਮਾਰੇ। ਹੁਣ ਸ਼ਹਿਰ ਦਾ ਮੁਸਲਮਾਨਾਂ ਦਾ ਸੀਗਾ, ਭਰਿਆ ਪਿਆ। ਉਹ ਸਾਰੇ ਜਿਹੜੇ ਲਾਹੌਰ ਦੇ ਮੁਸਲਮਾਨ ਲੋਕ ਸਨ ਉਹ ਮੀਰ ਮੰਨੂ ਦੇ ਦੁਆਲੇ ਹੋ ਗਏ ਵੀ ਤੂੰ ਇਹ ਕੀ ਕਿਹੜੇ ਸੱਦ ਲਏ ਆ ਜਿਨ੍ਹਾਂ ਨੇ ਆਉਂਦਿਆਂ ਹੀ ਸ਼ਹਿਰ ਵਿੱਚ ਸਾਡੇ ਕਸਾਈ ਮਾਰ ਦਿੱਤੇ ਹਨ। ਸ਼ਹਿਰ ਲੋਕਨ ਫਿਰ ਸਿੰਘ ਫੌਜ ਮਾਰੀ। ਉਹ ਸ਼ਹਿਰ ਦੇ ਲੋਕ ਸਿੰਘਾਂ ਦੇ ਗਲ ਪੈ ਗਏ, ਸਿੰਘਾਂ ਨੂੰ ਮਾਰਨ ਲੱਗੇ, ਸਿੰਘਾਂ ਨਾਲ ਲੜਨ ਲੱਗੇ। ਸਿੰਘ ਬੜੇ ਔਖੇ ਹੋਏ ਵੀ ਅਸੀਂ ਤਾਂ ਇਹਨਾਂ ਦੀ ਮਦਦ ਕਰਨ ਆਏ ਸੀ, ਇਹ ਕੀ ਭਾਣਾ ਵਰਤ ਗਿਆ ਹੈ। ਇਹਾਂ ਵੀ ਸਿੰਘਨ ਪਈ ਖੁਆਰੀ। ਇਹ ਲਾਹੌਰ ਸ਼ਹਿਰ ਵਿੱਚ ਵੜਦਿਆਂ ਹੀ ਸਿੰਘਾਂ ਨੂੰ ਖੁਆਰੀ ਪੇਸ਼ ਆ ਗਈ। ਦੋਹਰਾ ਪਹਿਰ ਤੀਸਰੇ ਪੀ ਸੁਖਾ ਚੜ ਸੁੱਕਾ ਸਿੰਘ ਤਖਾਣ। ਤੀਸਰੇ ਪਹਿਰ ਬਾਬਾ ਸੁੱਖਾ ਸਿੰਘ ਜੀ ਤਖਾਣ, ਕਿਉਂਕਿ ਉਹ ਤਖਾਣ ਬਰਾਦਰੀ ਵਿੱਚੋਂ ਸਨ ਤੇ ਬੜੇ ਬਹਾਦਰ ਸਨ। ਮੱਸੇ ਰੰਗੜ ਦਾ ਸਿਰ ਵੱਢਣ ਵੇਲੇ ਮਤਾਬ ਸਿੰਘ ਜੀ ਦੇ ਨਾਲ ਸਨ। ਸੁੱਖੇ ਦੀ ਦੇਗਾਂ ਛਕ ਕੇ ਕਹਿੰਦੇ ਖੇਡੇ ਮਹੱਲੇ ਨੂੰ ਚੜ ਪਏ ਹਨ। ਸ਼ਿਆਮ ਸਿੰਘ ਕੋ ਪਾਲਕੋ ਕੰਬੋ ਮੜੀ ਵਾਣ ਮਾੜੀ ਵਾਣ। ਸ਼ਿਆਮ ਸਿੰਘ ਜੀ ਜੋ ਨਾਰਲੇ ਵਾਲੇ ਹੋਏ ਆ, ਪੰਥ ਦੇ ਪੁਰਾਣੇ ਜਰਨੈਲ, ਉਹਨਾਂ ਦੇ ਪਾਲਕ ਪੁੱਤਰ ਸਨ। ਸ਼ਾਮ ਸਿੰਘ ਨੇ ਹੀ ਬਾਬਾ ਸੁੱਖਾ ਸਿੰਘ ਜੀ ਨੂੰ ਨਵਾਬ ਕਪੂਰ ਸਿੰਘ ਜੀ ਕੋਲ ਲਿਆ ਕੇ ਅੰਮ੍ਰਿਤ ਛਕਾਇਆ ਸੀ ਔਰ ਇਹ ਬੜੇ ਬਹਾਦਰ ਯੋਧੇ ਬਣਾਇਆ ਸੀਗਾ, ਪੁੱਤਰ ਦੀ ਤਰ੍ਹਾਂ ਪਾਲਿਆ ਸੀ। ਸ਼ਾਮ ਸਿੰਘ ਨਾਰਲੀ ਵਾਲੇ ਦਾ ਪਾਲਕ, ਮਾੜੀ ਕੰਬੋਕੀ ਦਾ ਰਹਿਣ ਵਾਲਾ ਸੁੱਖਾ ਸਿੰਘ। ਇਹ ਤਾਂ ਲਿਖ ਰਹੇ ਆ ਭਾਈ ਸਾਹਿਬ ਜੀ ਵੀ ਸੁੱਖਾ ਸਿੰਘ 4 ਹੋਏ, 2 ਸੁੱਖਾ ਸਿੰਘ ਯੋਧੇ ਹੋਏ ਆ ਜਿਨ੍ਹਾਂ ਨੇ ਜੰਗ ਲੜੇ। ਇੱਕ ਤਾਂ ਸੁੱਖਾ ਸਿੰਘ ਹੋਇਆ ਜਿਹਨੇ ਜੈਨ ਖਾਂ ਨੂੰ ਮਾਰ ਕੇ ਸਰਹੰਦ ਫਤਿਹ ਕਰਕੇ ਸ਼ਹੀਦੀ ਪਾਈ। ਕਦੀ ਤੁਸੀਂ ਜਾਓ ਨਾ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਪਠਾਣਾ ਦੀ ਬਸੀ ਨੂੰ ਤਾਂ ਉਹਨਾਂ ਦਾ ਗੁਰਦੁਆਰਾ ਸੱਜੇ ਹੱਥ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਹੈ, ਸ਼ਹੀਦਗੰਜ ਬਾਬਾ ਸੁੱਖਾ ਸਿੰਘ ਜੀ। ਦੂਸਰੇ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਹਨ ਜਿਨ੍ਹਾਂ ਦੀ ਹੁਣ ਕਥਾ ਚੱਲ ਰਹੀ ਹੈ। ਤੀਸਰੇ ਸੁੱਖਾ ਸਿੰਘ ਪਟਨਾ ਸਾਹਿਬ ਦੇ ਗ੍ਰੰਥੀ ਹੋਏ ਹਨ ਜਿਨ੍ਹਾਂ ਨੇ ਦਸਮ ਦੀ ਸੁਖਮਣੇ ਵਾਲੀ ਬੀੜ ਲਿਖੀ ਹੈ ਜਿਹੜੀ ਉੱਥੇ ਤਖਤ ਦੇ ਉੱਤੇ ਅੱਜ ਵੀ ਦਰਸ਼ਨ ਹੁੰਦੇ ਹਨ। ਚੌਥੇ ਸੁੱਖਾ ਸਿੰਘ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ ਜਿਨ੍ਹਾਂ ਨੇ ਗੁਰਬਿਲਾਸ ਪਾਤਸ਼ਾਹੀ ਦਸਵੀਂ ਲਿਖਿਆ ਹੈ। ਸੋ ਇਹ 4 ਸੁੱਖਾ ਸਿੰਘਾਂ ਚੋਂ ਜਿਹੜਾ ਤਖਾਣ ਸੁੱਖਾ ਸਿੰਘ ਸੀਗਾ ਉਹ ਕਹਿੰਦੇ ਲਾਹੌਰ ਫੌਜਾਂ ਸਮੇਤ ਗਿਆ ਹੋਇਆ ਸੀ ਤੇ ਸੁੱਖਾ ਸਿੰਘ ਦੁਪਹਿਰ ਨੂੰ ਖੇਡੇ ਮਹੱਲੇ ਸਿੰਘ ਜਾਂਦੇ ਆ ਨਾ ਜੰਗਲ ਪਾਣੀ, ਉਹ ਰਾਵੀ ਵਾਲੇ ਪਾਸੇ ਚਲਾ ਗਿਆ। ਜੋ ਪਈ ਤਬ ਤਿਨ ਕਰੀ ਨਾ ਕਛੂ ਸਲਾਹੇ। ਭਾਈ ਸੁੱਖਾ ਸਿੰਘ ਹੋਰਾਂ ਨੇ ਆਪਣੇ ਸਾਥੀਆਂ ਨਾਲ ਕੋਈ ਲੜਾਈ ਦੀ ਸਲਾਹ ਨਹੀਂ ਸੀ ਕੀਤੀ, ਕੋਈ ਗੁਰਮਤਾ ਨਹੀਂ ਸੀ ਕੀਤਾ ਵੀ ਲੜਨ ਚੱਲੇ ਆ, ਉਹਦਾ ਕੁਦਰਤੀ ਵੈਸੇ ਹੀ ਚੱਲੇ ਸਨ। ਲੰਘਿਓ ਰਾਵੀ ਗਾਹਨ ਪਾਏ। ਰਾਵੀ ਦੇ ਵਿੱਚੋਂ ਦੀ ਪੈਦਲ ਹੀ ਸਿੰਘ ਲੰਘ ਗਿਆ। ਜਿਸਕੇ ਪਾਛੇ ਲੰਗੇ ਨਿਹੰਗ। ਉਹਦੇ ਪਿੱਛੇ ਨਿਹੰਗਾਂ ਸਿੰਘਾਂ ਦੀ ਫੌਜ, ਜਿਹੜੇ ਫਰਲਿਆਂ ਵਾਲੇ ਸਿੰਘ ਹੁੰਦੇ ਉਹਨੂੰ ਨਿਹੰਗ ਸਿੰਘ ਕਹਿੰਦੇ, ਉਹ ਵੀ ਫੌਜਾਂ ਬਾਬਾ ਸੁੱਖਾ ਸਿੰਘ ਜੀ ਦੇ ਨਾਲ ਸਨ। ਸਾਰੀਆਂ ਨਿਹੰਗਾਂ ਸਿੰਘਾਂ ਦੀਆਂ ਉਹ ਵੀ ਪਾਰ ਲੰਘ ਗਈਆਂ। ਨਾ ਕੀਨੀ ਕਿ ਨਾ ਗਿਣਤੀ ਸੰਗ। ਗਿਣਤੀ ਮਿਣਤੀ ਨਹੀਂ ਕੀਤੀ ਵੀ ਆਪਾਂ ਕਿੰਨੇ ਗਿਆ ਜਾਂ ਆਪਾਂ ਕੋਈ ਲੜਨ ਥੋੜਾ ਚੱਲੇ ਸੀ, ਉਹ ਤਾਂ ਕੁਦਰਤੀ ਚੱਲੇ ਸਨ। ਨਿਕਟ ਸੋ ਗਿਰਜਨ ਡੇਰੇ ਗਏ। ਅਚਾਨਕ ਜੰਗਲ ਪਾਣੀ ਜਾਣਨ ਬਾਦੇ ਸਿੰਘ ਪਾਰ ਲੰਘ ਗਏ ਤੇ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਦਾ ਡੇਰਾ ਪਰਲੇ ਪਾਸੇ ਸੀਗਾ। ਉਧਰੋਂ ਅਬਦਾਲੀ ਆਪਣੀ ਵੱਡੀ ਭਾਰੀ 2-2.5 ਲੱਖ ਫੌਜ ਲੈ ਕੇ ਬੈਠਾ ਸੀਗਾ। ਉਹਦੇ ਡੇਰੇ ਦੇ ਲਾਗੇ ਖਾਲਸਾ ਚਲਾ ਗਿਆ। ਝਾੜ ਚਪਾੜਨ ਉਤਰਦੇ ਪੈ। ਕੁਝ ਘੋੜਿਆਂ ਦੇ ਸਿੰਘ ਸਨ, ਕੁਝ ਪੈਦਲ ਸਨ। ਉਹ ਝਾੜਾਂ ਦੇ ਵਿੱਚ ਜੰਗਲ ਪਾਣੀ ਖੇਡਣ ਲਈ ਉਤਰੇ ਹਨ। ਰਾਵੀ ਜਲ ਸੋਚੇ ਤੋ ਕੀਓ। ਰਾਵੀ ਦੇ ਜਲ ਉਹਨਾਂ ਨੇ 5 ਇਸ਼ਨਾਨੇ ਕੀਤੇ, ਸੁਚੇਤਾ ਕੀਤਾ। ਗੜਵਿਆਂ ਵਿੱਚ ਜਲ ਰਾਵੀ ਦਾ ਲੈ ਗਏ, ਜੰਗਲ ਪਾਣੀ ਗਏ। ਉਹਨਾਂ ਨੂੰ ਕੀ ਪਤਾ ਸੀ ਵੀ ਇੱਥੇ ਸਾਡੀ ਸ਼ਹੀਦੀ ਦਾ ਸਮਾਂ ਆ ਗਿਆ ਹੈ। ਹਾਂਜੀ। ਪੁੱਤ ਗਿਲਜਨ ਕੋ ਰੋਲੇ ਥੀਓ। ਉਧਰੋਂ ਬੜਾ ਤੁਰਕਾਂ ਦੀ ਗਿਲਜਾਂ ਦੀ ਪਠਾਣਾਂ ਦੀ ਫੌਜ ਉਤਰੀ ਹੋਈ ਸੀ। ਉਹਨਾਂ ਨੇ ਵੇਖਿਆ ਵੀ ਬੜੇ ਬੜੇ ਦਮਾਲੇ ਵੱਡੇ ਵੱਡੇ ਸਜਾਏ ਹੋਏ, ਉੱਤੇ ਚੱਕਰ ਲਾਏ ਹੋਏ ਤੇ ਉਹ ਚੱਕਰ ਦੂਰੋਂ ਚਮਕੇ ਸਿੰਘਾਂ ਦੇ ਨਾ ਝਾੜਾਂ ਵਿੱਚੋਂ। ਪਹਿਲਾਂ ਤੇ ਪਠਾਨ ਜਿਹੜੇ ਉਹ ਡਰ ਗਏ ਵੀ ਪਤਾ ਨਹੀਂ ਕੀ ਬਲਾਵਾਂ ਆ ਗਈਆਂ।
ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਹਿੰਦੁਸਤਾਨੀਆਂ ਦੀ ਫੌਜ ਹੈ, ਕਹਿੰਦੇ ਇਹ ਹਿੰਦੂਆਂ ਦੀ ਫੌਜ ਹੈ। ਹਾਂਜੀ, ਪੁਨ ਜਾਣਿਓ ਦਲ ਆਵੇਂ ਚਲਾ। ਉਹਨਾਂ ਨੇ ਸੋਚਿਆ ਵੀ ਇਸ ਹਿੰਦੁਸਤਾਨੀ ਫੌਜ ਮੀਰ ਮੰਨੂ ਦੀ ਫੌਜ ਸਾਡੇ ਨਾਲ ਲੜਨ ਆ ਰਹੀ ਹੈ। ਇਸ ਤੋਂ ਪਹਿਲਾਂ ਸਾਧ ਸੰਗਤ ਜੀ ਅਬਦਾਲੀਆਂ ਨਾਲ ਸਿੰਘਾਂ ਦਾ ਟਾਕਰਾ ਨਹੀਂ ਸੀ ਹੋਇਆ ਕਦੀ। ਉਹਨਾਂ ਦੀ ਬੋਲੀ ਸਿੱਖਾਂ ਨੂੰ ਨਹੀਂ ਸੀ ਸਮਝ ਆਉਂਦੀ, ਸਿੱਖਾਂ ਦੀ ਉਹਨਾਂ ਨੂੰ ਨਹੀਂ ਸੀ ਆਉਂਦੀ। ਇਹ ਪਹਿਲੀ ਸਿੰਘਾਂ ਦੀ ਸਮਝੋ ਅਬਦਾਲੀ ਦੀ ਫੌਜ ਨਾਲ ਰਾਵੀ ਦੇ ਕਿਨਾਰੇ ਤੇ ਲਾਹੌਰ ਦਰਿਆ ਸ਼ਾਹ ਦਰੇ ਦੇ ਲਾਗੇ ਭੇਟ ਹੋਈ, ਮੁਲਾਕਾਤ ਹੋਈ ਖਾਲਸੇ ਦੀ। ਉਹ ਦੇਖਣ ਲੱਗਿਓ ਹੈ ਖਲਾ। ਉਹ ਅਬਦਾਲੀ ਖਲੋ ਕੇ ਦੇਖਣ ਲੱਗਾ। ਜਦੋਂ ਅਬਦਾਲੀ ਨੂੰ ਜਾ ਕੇ ਦੱਸਿਆ ਨਾ ਵੀ ਦੇਖੋ ਜੀ ਸਿੱਖ ਕੋਈ ਦਲ ਆ ਰਿਹਾ, ਕੋਈ ਫੌਜ ਆ ਰਹੀ ਹੈ ਘੋੜਿਆਂ ਤੇ। ਅਹਿਮਦ ਸ਼ਾਹ ਦਿਲ ਖਤਰੋ ਪਿਓ। ਅਬਦਾਲੀ ਡਰ ਗਿਆ ਦੇਖ ਕੇ ਵੀ ਇਹ ਕੌਣ ਆ ਗਏ ਨੇ। ਕਿਛ ਦਿਲ ਮੈਂ ਤਿਸ ਤੀਰ ਨਾ ਤਰਿਓ। ਉਹਨੇ ਹੌਸਲਾ ਨਹੀਂ ਕੀਤਾ, ਜਾਂਦਾ ਟਿਕ ਜਾਂਦਾ ਵੀ ਕੋਈ ਗੱਲ ਨਹੀਂ, ਨੇੜੇ ਆਉਂਦੇ ਪਤਾ ਕਰਦੇ ਕੌਣ ਆਏ ਨੇ। ਉਹਨੇ ਲੜਾਈ ਦੀ ਪਹਿਲਾਂ ਹੀ ਤਿਆਰੀ ਕਰ ਲਈ। ਖਤਰਾ ਹੋ ਗਿਆ ਨਾ, ਜਿਵੇਂ ਕੋਈ ਆ ਰਹੇ ਆ ਲੜਨ ਵਾਸਤੇ, ਕਿਤੇ ਸਾਡਾ ਨੁਕਸਾਨ ਨਾ ਕਰ ਦੇਣ। ਅਬਦਾਲੀ ਪਹਿਲਾਂ ਹੀ ਹਥਿਆਰ ਕਾਇਮ ਕਰਕੇ ਖਲੋ ਗਿਆ। ਤੁਰਕ ਘੋੜੇ ਪੈ ਪਿਓ ਸਵਾਰ। ਉਸੇ ਵੇਲੇ ਅਬਦਾਲੀ ਘੋੜੇ ਤੇ ਸਵਾਰ ਹੋ ਗਿਆ। ਉਹਨੇ ਲੜਾਈ ਦਾ ਬਿਗਲ ਵਜਾ ਦਿੱਤਾ। ਆਗੇ ਕੀਨੇ ਦਸਤੇ ਚਾਰ ਦਸਤੇ ਉਹਨੇ ਫੌਜ ਦੇ ਸਿੰਘਾਂ ਨਾਲ ਲੜਨ ਨੂੰ ਅੱਗੇ ਭੇਜ ਦਿੱਤੇ। ਕਹਿਓ ਓਨ ਹਮ ਪੇ ਹਿੰਦ ਆਈ। ਤੇ ਉਹ ਪਠਾਣੀ ਕੀ ਕਹਿੰਦੇ ਸੀ, ਪਠਾਨ ਉਹਨਾਂ ਨੂੰ ਕੀ ਪਤਾ ਵੀ ਇਹ ਸਿੱਖ ਨੇ ਜਾਂ ਖਾਲਸੇ ਨੇ ਜਾਂ ਕੌਣ ਨੇ। ਉਹ ਕਹਿੰਦੇ ਹਿੰਦੂ ਆ ਗਏ, ਹਿੰਦੂ ਆ ਗਏ, ਹਿੰਦੁਸਤਾਨੀ ਫੌਜ, ਇਹ ਸਾਡੇ ਤੇ ਹਿੰਦੁਸਤਾਨੀ ਫੌਜ ਆ ਗਈ ਹੈ। ਕਬ ਪਹੁੰਚੋ ਨਟ ਕਾਬਲ ਜਾਈ। ਅਬਦਾਲੀ ਕਹਿੰਦਾ ਜੇ ਹਿੰਦੁਸਤਾਨ ਦੀ ਇੰਨੀ ਫੌਜ ਆ ਗਈ ਇਹ ਮਾਰ ਦੇਗੀ ਸਾਨੂੰ, ਪਤਾ ਨਹੀਂ ਆਪਾਂ ਕਦੋਂ ਕਾਬਲ ਜਾਵਾਂਗੇ, ਪਹੁੰਚਾਂਗੇ ਜਿਉਂਦੇ। ਜੇ ਇਹਨਾਂ ਨੂੰ ਮਾਰ ਲਓ ਤਾਂ ਠੀਕ ਹੈ। ਫੜ ਸ਼ਮਸ਼ੇਰੈ ਸਨਮੁਖ ਹੋਇਓ। ਅਬਦਾਲੀ ਦੇ ਸਿਪਾਹੀ ਪਠਾਨ ਤਲਵਾਰਾਂ ਲੈ ਕੇ, ਬਰਛੇ ਬੰਦੂਕਾਂ ਲੈ ਕੇ ਸਿੰਘਾਂ ਨਾਲ ਲੜਨ ਨੂੰ ਤਿਆਰ ਹੋ ਗਏ। ਜਾ ਸਿੰਘਣ ਸੋ ਮੋਹਰੋਂ ਢੋਇਓ। ਉਹਦੀ ਫੌਜ ਨੇ, ਉਹਨਾਂ ਦੇ ਪਠਾਨਾਂ ਨੇ ਸਿੰਘਾਂ ਦਾ ਅੱਗਾ ਰੋਕ ਲਿਆ। ਦੋਹਰਾ ਸਿੰਘ ਸੋ ਥੋੜੇ ਥੇ ਲੰਗੇ ਰਹਿ ਥੋੜੇ ਡੇਰੇ ਮਾਹੇ। ਥੋੜੇ ਜੇ ਸਿੰਘ ਰਾਵੀ ਪਾਰ ਲੰਗੇ ਸਨ, ਥੋੜੇ ਜੇ ਪਿੱਛੇ ਡੇਰੇ ਵਿੱਚ ਸਨ। ਕਿਸੇ ਦਾ ਵੀ ਲੜਾਈ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹ ਲੜਨ ਵਾਸਤੇ ਨਹੀਂ, ਉਹਦਾ ਜੰਗਲ ਪਾਣੀ ਗਏ ਸਨ। ਕਿਛ ਨੱਠੇ ਕਿਛ ਗੈਲ ਗਏ ਚੰਗੇ ਜੋ ਗਨਾਏ। ਜਿਹੜੇ ਚੰਗੇ ਚੋਣਵੇਂ ਯੋਧੇ ਸਨ ਉਹ ਉੱਥੇ ਪਹੁੰਚੇ ਸਨ ਦੌੜ ਕੇ। ਚੌਪਈ ਸੁਖਾ ਸਿੰਘ ਫੌਜ ਆਵਤ ਜਾਨੀ। ਹੁਣ ਸੁਖਾ ਸਿੰਘ ਨੇ ਦੇਖਿਆ ਸਾਹਮਣੇ ਦੁਸ਼ਮਣ ਦੀ ਫੌਜ ਆ ਰਹੀ ਹੈ, ਸਾਡੇ ਨਾਲ ਲੜਨ ਵਾਸਤੇ ਆ ਰਹੀ ਹੈ। ਹਾਂਜੀ, ਸੰਗ ਆਪਣੇ ਥੋੜੀ ਮਾਨੀ। ਮੇਰੇ ਨਾਲ ਜਿਹੜੀ ਫੌਜ ਹੈ ਥੋੜੀ ਹੈ, ਸਿੰਘ ਥੋੜੇ ਸਵਾਏ ਹਨ, ਆਟੇ 'ਚ ਲੂਣ ਵੀ ਨਹੀਂ ਹਨ। ਤਬ ਉਨ ਮੈਂ ਮਨ ਮੈਂ ਕਿਉ ਵਿਚਾਰ। ਸੁਖਾ ਸਿੰਘ ਸੋਚਾਂ 'ਚ ਪੈ ਗਿਆ, ਵਿਚਾਰ ਕਰਨ ਲੱਗਾ। ਆਪਣੇ ਮਨ ਵਿੱਚ ਉਸਨੇ ਵਿਚਾਰ ਕੀਤੀ। ਛਬੀ ਭਾਂਤ ਅਬ ਪਈ ਲਚਾਰ। ਸਾਰੇ ਤਰੀਕੇ ਨਾਲ ਲਚਾਰੀ। ਹੁਣ ਦੋਏ ਪਾਸੇ ਜਿਵੇਂ ਸੱਪ ਦੇ ਮੂੰਹ 'ਚ ਕਹਿੰਦੇ ਨਾ ਵੀ ਉਹ ਕੁੰਦਰ ਆ ਗਈ, ਨਾ ਉਹ ਖਾਣ ਜੋਗਾ ਨਾ ਛੱਡਣ ਜੋਗਾ। ਦੋਏ ਪਾਸੇ ਭਾਈ ਸੁਖਾ ਸਿੰਘ ਦੀ ਮੁਸੀਬਤ ਦੇਖਦੇ ਐ। ਜੋ ਮੈਂ ਇਨ ਸੋ ਕਰੋਂ ਲੜਾਈ। ਸੁਖਾ ਸਿੰਘ ਸੋਚਦਾ ਜੇ ਮੈਂ ਇਸ ਅਬਦਾਲੀ ਦੀ ਇੰਨੀ ਫੌਜ ਦਾ ਮੁਕਾਬਲਾ ਕਰਾਂ, ਲੜਾਈ ਕਰਾਂ, ਤੋ ਇਨ ਸੋ ਵੈਨ ਹੈ ਵਾਰੇ ਆਈ। ਅਸੀਂ ਥੋੜੇ ਆ, ਇਹਨਾਂ ਦੇ ਵਾਰੇ ਨਹੀਂ ਆਉਣ ਲੱਗੇ। ਇਹ ਹਜ਼ਾਰਾਂ, ਅਸੀਂ 100 ਵੀ ਨਹੀਂ ਆ। ਥੋੜੇ ਸਿੰਘ ਸਨ, ਉਹ ਤਾਂ ਵਿਚਾਰੇ ਜੰਗਲ ਪਾਣੀ ਗਏ ਸੀ। ਬਰਛੇ ਤਲਵਾਰਾਂ ਉਹਨਾਂ ਦੇ ਗਾਤਰੇ ਸਨ, ਵੱਡੇ ਸ਼ਸਤਰ ਵੀ ਨਹੀਂ ਨਾਲ ਹੋਣੇ। ਬਹੁਤੇ ਸ਼ਸਤਰ ਉਹ ਹੀ ਰੱਖਦੇ ਸਨ, ਜਾਂ ਗੜਵਾ ਜਾਂ ਬਰਛਾ ਜਾਂ ਤਲਵਾਰ ਢਾਲ। ਇੰਨਾ ਕੁ ਤਾਂ ਹਰ ਇੱਕ ਸਿੱਖ ਸਿਪਾਹੀ ਕੋਲ ਹੁੰਦਾ ਸੀਗਾ। ਬਾਕੀ ਹੋਰ ਲੰਮੇ ਹਥਿਆਰ ਬੰਦੂਕਾਂ ਵਗੈਰਾ ਉਸ ਵੇਲੇ ਨਹੀਂ ਸਨ। ਹਾਂਜੀ, ਇਹ ਆਟਾ ਹਮ ਹਿੱਸਾ ਲੋਣ। ਇਹ ਆਟੇ ਦੀ ਤਰ੍ਹਾਂ ਜ਼ਿਆਦਾ ਨੇ, ਅਸੀਂ ਲੂਣ ਦੀ ਤਰ੍ਹਾਂ ਥੋੜੇ ਹਾਂ। ਲੜਕਾ ਮਰਨ ਪਲੋ ਕਹਿ ਕੌਣ। ਜੇ ਮੈਂ ਇੱਥੇ ਲੜ ਕੇ ਮਰ ਗਿਆ, ਲੋਕਾਂ ਨੇ ਕਹਿਣਾ ਕੋਈ ਸਿਆਣੀ ਗੱਲ ਤਾਂ ਨਹੀਂ ਕੀਤੀ। ਕਿਉਂਕਿ ਕਈ ਵਾਰੀ ਕੀ ਹੁੰਦਾ ਹੈ, ਦੋਏ ਪੱਖ ਦੇਖਣੇ ਪੈਂਦੇ। ਲੜਾਈ ਕਰਾਂਗਾ, ਮਾਰਿਆ ਜਾਵਾਂਗਾ, ਸਾਰੇ ਪੰਥ ਵਿੱਚ ਸਿੰਘ ਕਹਿਣਗੇ ਕਿ ਸਿਆਣਪ ਕੀਤੀ ਸੁਖਾ ਸਿੰਘ ਨੇ, ਜਾਨ ਗਵਾ ਬੈਠਾ ਬਿਨਾਂ ਮਤਲਬ ਦੇ। ਲੜ ਕੇ ਮਰਨਾ ਤਾਂ ਵੀ ਬਦਨਾਮੀ ਕਰਨਗੇ। ਜੇ ਅਬ ਹਮ ਜਾਵਾਂਗੇ ਭਾਜ। ਫਿਰ ਸੁਖਾ ਸਿੰਘ ਸੋਚਦਾ ਜੇ ਮੈਂ ਇਥੋਂ ਭੱਜ ਜਾਵਾਂਗਾ,
ਦੌੜ ਜਾਵਾਂ ਤੋ ਸਿੰਘਨ ਮੈਂ ਆਵੇਂ ਲਾਜ। ਤਾਂ ਸਿੰਘ ਕਹਿਣਗੇ ਸੁੱਖਾ ਸਿੰਘ ਦੌੜ ਕੇ ਆ ਗਿਆ ਡਰ ਕੇ, ਫੇਰ ਵੀ ਲਾਜ ਆਵੇਗੀ। ਦੋਏ ਪਾਸੇ ਸਮੱਸਿਆ ਹੈ ਵੀ ਲੜਾਈ ਬਿਨਾ ਮਤਲਬ ਦੀ ਲੜਾਈ ਹੈ। ਲੜਾਈ ਤਾਂ ਹੁੰਦੀ ਮਿੱਥ ਕੇ ਹੁੰਦੀ ਹੈ, ਕੋਈ ਉਹਦਾ ਮਿਸ਼ਨ ਹੁੰਦਾ ਲੜਾਈ ਦਾ ਕੋਈ ਕਾਰਨ ਹੁੰਦਾ। ਇੱਕ ਰਾਹ ਜਾਂਦੀ ਬਿਨਾ ਮਤਲਬ ਤੇ ਲੜਾਈ ਛੇੜ ਲੈਣੀ, ਉਹਨੂੰ ਕੋਈ ਸਿਆਣਾ ਚੰਗਾ ਨਹੀਂ ਸਮਝਦਾ। ਜੇ ਮੈਂ ਭੱਜ ਗਿਆ ਤੇ ਫੇਰ ਵੀ ਬਦਨਾਮੀ ਕਰਨਗੇ। ਸਿੰਘ ਕਹਿਣਗੇ ਸੁੱਖਾ ਸਿੰਘ ਭੱਜ ਕੇ ਆ ਗਿਆ ਅਬਦਾਲੀ ਤੋਂ ਡਰ ਕੇ। ਬਾਤ ਬੁਰੀ ਤਿੰਨ ਦਿਓ ਵਿਚਾਰੀ। ਫਿਰ ਇਹ ਅਬਦਾਲੀ ਵੀ ਸੋਚੇਗਾ ਵੀ ਸਿੱਖ ਜਿਹੜੇ ਨੇ ਪਹਿਲੀ ਵਾਰੀ ਟੱਕਰੇ ਸੀ, ਪਹਿਲੀ ਵਾਰੀ ਦੌੜਾ ਦਿੱਤੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਬਦਾਲੀ ਵੀ ਸੋਚੇਗਾ ਵੀ ਮੈਂ ਵੇਖੀ ਪਹਿਲੀ ਵਾਰੀ ਸਿੱਖਾਂ ਦੀ ਫੌਜ ਡਰ ਕੇ ਭੱਜ ਗਏ, ਫਿਰ ਮੁੜ ਕੇ ਇਹਦੇ ਤੇ ਸਾਡੇ ਦਿਲ ਦਾ, ਸਿੰਘਾਂ ਦਾ ਜਿਹੜਾ ਇਹਦੇ ਦਿਲ ਦੇ ਉੱਤੇ ਪੈਣਾ ਨਾ ਪ੍ਰਭਾਵ, ਉਹ ਗਲਤ ਪੈ ਜਾਏਗਾ, ਗਲਤ ਇੰਪ੍ਰੈਸ਼ਨ ਪੈ ਜਾਏਗਾ। ਮੁੜ ਕੇ ਫਿਰ ਸਾਨੂੰ ਅੱਗੇ ਹੀ ਲਾਈ ਫਿਰੇਗਾ। ਹਾਂਜੀ, ਮੈਂ ਲੜ ਮਰਾਂ ਸੋ ਪਲੀ ਵਿਚਾਰੀ। ਮੈਨੂੰ ਇੱਥੇ ਹੁਣ ਜੋ ਕਲਗੀਧਰ ਪਾਤਸ਼ਾਹ ਦੇ ਬਚਨ ਹਨ, ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਜੂਝ ਉਹ ਕਾਮ ਹੈ ਸ਼ਤਰਨ ਕੋ ਕਛ ਜੋਗਨ ਕੋ ਨਹੀਂ ਕਾਮ ਲੜਾਈ। ਹੁਣ ਤਾਂ ਜੂਝਣਾ ਹੀ ਬਣਦਾ ਹੈ, ਦੇਖੀ ਜਾਏਗੀ ਜੋ ਹੋਵੇਗੀ। ਹਾਂਜੀ, ਉਹਰਾ ਪਾਛੇ ਪਾਉ ਨਾ ਪਾਇਓ ਟਿਗ ਸਿੰਘਣ ਸੋ ਕਹਿ ਦੀਨ। ਨਾਲ ਦੇ ਸਿੰਘਾਂ ਨੂੰ ਗੱਜ ਕੇ ਸੁੱਖਾ ਸਿੰਘ ਨੇ ਆਖਿਆ, ਦੇਖੋ ਖਾਲਸਾ ਜੀ, ਹੁਣ ਪਿਛਾਂ ਜਾਣ ਦਾ ਮੌਕਾ ਨਹੀਂ, ਹੁਣ ਭੱਜਣ ਦਾ ਟਾਈਮ ਨਹੀਂ ਹੈ। ਹੁਣ ਸਿੰਘ ਨਾਮ ਦੀ ਲਾਜ ਰੱਖ ਲਓ। ਇਹਾਂ ਸ਼ਹੀਦ ਹਮ ਹੋਏਗੇ ਲੜ ਕਰ ਮਜਬੇ ਦੀਨ। ਆਪਾਂ ਦੀਨ ਮਜਬ ਦਾ ਯੁੱਧ ਕਰਨਾ, ਧਰਮ ਵਾਸਤੇ ਜੂਝਣਾ ਹੈ। ਖਾਲਸੇ ਪੰਥ ਦੀ ਸ਼ਾਨ ਉੱਚੀ ਰਹੇ। ਅਬਦਾਲੀ ਭਾਵੇਂ ਕਦੀ ਵੀ ਯਾਦ ਕਰੇ ਤੇ ਇਹ ਤੇ ਮੰਨੇਗਾ ਨਾ ਵੀ ਆਟੇ 'ਚ ਲੂਣ ਦੇ ਬਰਾਬਰ ਫੇਰ ਵੀ ਭੱਜੇ ਨਹੀਂ ਸਨ। ਤੇ ਕੱਲ ਨੂੰ ਜਦੋਂ ਸਿੰਘ ਦਿਖਾਈ ਦਿਆ ਕਰਨਗੇ, ਅਬਦਾਲੀ ਡਰਿਆ ਕਰੇਗਾ। ਤੇ ਜੇ ਆਪਾਂ ਡਰ ਕੇ ਭੱਜ ਗਏ, ਫਿਰ ਅਬਦਾਲੀ ਚੌੜਾ ਹੋ ਕੇ ਸਿੰਘਾਂ ਦੇ ਪਿੱਛੇ ਪਿਆ ਕਰੇਗਾ। ਇਹ ਗੱਲ ਬਾਬਾ ਸੁੱਖਾ ਸਿੰਘ ਜੀ ਆਪਣੇ ਸਾਥੀਆਂ ਨੂੰ ਕਹਿ ਰਹੇ ਹਨ। ਚੌਪਈ ਕਹਿਓ ਸੁੱਖਾ ਸਿੰਘ ਸਾਥ ਨਿਵਾਰ। ਸਾਥੀਆਂ ਨੂੰ ਸੁੱਖਾ ਸਿੰਘ ਇਉਂ ਬੋਲਿਆ, ਜਿਨ ਜਿੰਦ ਰੱਖਣੀ ਮੁੜ ਜਾਹੋਂ ਪਾਰ। ਜਿਹਨੂੰ ਜਾਨ ਪਿਆਰੀ ਹੈ, ਜਿਹਨੇ ਬਾਅਦ ਵਿੱਚ ਭੱਜਣਾ, ਪਹਿਲਾਂ ਚਲੇ ਜਾਓ, ਬਾਅਦ 'ਚ ਨਾ ਭੱਜਿਆ ਜੇ। ਹੁਣ ਭੱਜਣਾ, ਭੱਜ ਜਾਓ, ਤਾਂ ਕਿ ਅਬਦਾਲੀ ਦੀ ਫੌਜ ਨੂੰ ਇਹ ਨਾ ਦਿਸੇ ਵੀ ਭੱਜੇ ਜਾਂਦੇ ਆ। ਹੁਣ ਤੁਸੀਂ ਚਲੇ ਜਾਓ, ਉਹ ਆ ਰਹੇ ਅਮੀਰਕ ਦੇ ਉੱਤੇ, ਤੇ ਅਸੀਂ ਜਾ ਕੇ ਉਹਨਾਂ ਨਾਲ ਲੜਾਂਗੇ। ਸਿੰਘਨ ਕਹਿਓ ਹਮ ਕਿਮ ਨਠ ਜਾਹੀ। ਨਾਲ ਦੇ ਸਿੰਘ ਕਹਿਣ ਲੱਗੇ, ਬਾਬਾ ਸੁੱਖਾ ਸਿੰਘ ਜੀ, ਅਸੀਂ ਕਿੱਥੇ ਨੱਠ ਕੇ ਜਾਣਾ? ਸਾਥ ਤੁਹਾਡੇ ਸੁਨਹਿਰੋਂ ਖਾਹੀ। ਅਸੀਂ ਤੁਹਾਡੇ ਸੁਨਹਿਰੇ ਦੇ ਵਿੱਚ ਖਾਂਦੇ। ਸੁਨਹਿਰੇ ਦਾ ਮਤਲਬ ਹੁੰਦਾ ਇੱਕੋ ਬਾਟੇ 'ਚ ਛਕਣਾ। ਇੱਕੋ ਭਰਾਵਾਂ ਦੀ ਤਰ੍ਹਾਂ ਆਪਾਂ ਇੱਕੋ ਬਾਟੇ 'ਚ ਅੰਮ੍ਰਿਤ ਛਕਿਆ, ਇੱਕੋ ਬਾਟੇ 'ਚ ਆਪਾਂ ਪ੍ਰਸ਼ਾਦਾ ਛਕਦੇ ਹਾਂ। ਭਰਾ ਜੀ, ਤੁਹਾਨੂੰ ਛੱਡ ਕੇ ਅਸੀਂ ਹੁਣ ਕਿੱਥੇ ਜਾਵਾਂਗੇ? ਅਸੀਂ ਸ਼ਹੀਦੀ ਸਾਥ ਕਮਾਵੇਂ। ਸਾਰੇ ਸਿੰਘ ਕਹਿਣ ਲੱਗੇ, ਬਾਬਾ ਜੀ ਸੁੱਖਾ ਸਿੰਘ ਜੀ, ਅਸੀਂ ਤੁਹਾਡੇ ਨਾਲ ਸ਼ਹੀਦੀਆਂ ਪਾਵਾਂਗੇ। ਸ਼ਹੀਦਨ ਮੈਂ ਡੇਰਾ ਪਾਵੇਂ। ਔਰ ਅਮਿਤ ਸ਼ਾਹ ਅਬਦਾਲੀ ਦੀ ਫੌਜ ਦੇ ਦਿਲਾਂ ਵਿੱਚ ਡੇਰਾ ਜਮਾ ਦਿਆਂਗੇ। ਅਬਦਾਲੀ ਯਾਦ ਕਰੇਗਾ ਕਿ ਕੋਈ ਖਾਲਸੇ ਨਾਲ ਹੱਥ ਹੋਏ ਸਨ। ਜਸ ਗਇਓਰਿਓ ਸੋ ਫੁੱਫੜ ਹਮਾਰਾ। ਸਾਧ ਸੰਗਤ ਜੀ, ਭਾਈ ਰਤਨ ਸਿੰਘ ਜੀ ਕਹਿੰਦੇ, ਮੇਰਾ ਫੁੱਫੜ ਜਸਗੌਰੀਆ, ਉਹਦਾ ਕੋਈ ਪਿੰਡ ਹੋਵੇਗਾ ਜਾਂ ਜਸਗੌਰੀਆ ਸਿੰਘ ਨਾਮ ਹੋਵੇਗਾ। ਉਹ ਕੋਈ ਜਸਗੌਰੀਆ ਸਿੰਘ ਕਹਿੰਦੇ ਰਿਸ਼ਤੇ 'ਚ ਸਾਡਾ ਫੁੱਫੜ ਲੱਗਦਾ ਸੀ। ਉਹ ਛੋਟੀ ਉਮਰ ਦਾ ਸੀਗਾ, ਉੱਥੇ ਸੀ। ਨਾ ਮੁੜਿਓ ਵੱਲ ਬਾਲ ਵਿਚਾਰਾ। ਉਹ ਕਹਿੰਦੇ ਉਹ ਵੀ ਨਾਲ ਸੀਗਾ। ਤੇ ਉਹ ਸਿੰਘ ਉਹਨੂੰ ਕਹਿਣ ਲੱਗੇ, ਕਾਕਾ ਤੂੰ ਨਿੱਕਾ ਹੈ, ਬੱਚਾ ਹੈ, ਪਿਛਾਂ ਮੁੜ ਜਾ। ਪਰ ਜਸਗੌਰੀਆ 18-19 ਸਾਲ ਦਾ ਸੀਗਾ, ਉਹ ਵੀ ਨਹੀਂ ਮੁੜਿਆ। ਉਹ ਕਹਿਣ ਲੱਗਾ ਕਿ ਜਿੱਥੇ ਬਾਬਾ ਜੀ ਖੜੇ ਨੇ ਨਾ, ਬਾਬਾ ਸੁੱਖਾ ਸਿੰਘ ਜੀ, ਕਿਉਂਕਿ ਸੁੱਖਾ ਸਿੰਘ ਜੀ ਜਿਹੜੇ ਸਨ ਉਹ ਭਾਈ ਮਤਾਬ ਸਿੰਘ ਜੀ ਤੇ ਇੱਕ ਦੂਜੀ ਦੇ ਭਰਾ ਸਨ, ਜਾਨ ਹੀ ਸਨ। ਇੰਨਾ ਪਿਆਰ ਸੀ, ਤਾਂ ਹੀ ਤਾਂ ਇਕੱਠੇ ਆਏ ਸਾਨੂੰ ਮਾਰਨ ਵਾਸਤੇ ਮੱਸੇ ਨੂੰ। ਤੇ ਜਿਹੜਾ ਇਹ ਫੁੱਫੜ ਲੱਗਦਾ ਰਤਨ ਸਿੰਘ ਦਾ, ਉਹ ਮਤਾਬ ਸਿੰਘ ਦਾ ਜਵਾਈ ਲੱਗਦਾ ਹੋਏਗਾ। ਤੇ ਇਸ ਕਰਕੇ ਸੁੱਖਾ ਸਿੰਘ ਤੇ ਉਹ ਇੱਕ ਬੜਾ ਪਰਿਵਾਰਕ ਰਿਸ਼ਤਾ ਹੋਏਗਾ ਉੱਥੇ। ਉਹ ਕਹਿ ਰਿਹਾ, ਸੁੱਖਾ ਸਿੰਘ ਕਹਿੰਦਾ, ਕਾਕਾ ਤੂੰ ਚਲਾ ਜਾ, ਤੇਰੀ ਉਮਰ ਛੋਟੀ ਹੈ, ਤੂੰ ਇਹਨਾਂ ਅਬਦਾਲੀਆਂ ਦੇ ਨਾਲ ਲੜਨ ਜੋਗਾ ਨਹੀਂ ਹੈ। ਉਹ ਕਹਿੰਦਾ, ਬਾਬਾ ਜੀ
ਲੜਨ ਜੋਗਾ ਹਾਂ ਭਾਵੇਂ ਨਹੀਂ, ਪਰ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ। ਪਿਤਾ ਹਮਾਰੇ ਉਨ ਦਇਓ ਮੜੋਇਆ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਪਿਤਾ ਜੀ ਵੀ ਛੋਟੇ ਸਨ, ਰਾਏ ਸਿੰਘ ਜੀ, ਉਹ ਵੀ ਉੱਥੇ ਰਾਵੀ ਦੇ ਕਿਨਾਰੇ ਬਾਬਾ ਸੁੱਖਾ ਸਿੰਘ ਦੇ ਨਾਲ ਹੀ ਜੰਗਲ ਪਾਣੀ ਗਏ ਸਨ। ਤੇ ਬਾਬਾ ਸੁੱਖਾ ਸਿੰਘ ਨੇ ਬਹੁਤ ਮਜਬੂਰ ਕਰਕੇ ਆਖਿਆ, ਰਾਏ ਸਿੰਘ ਤੂੰ ਚੱਲ, ਤੂੰ ਪਿੱਛੇ ਮੁੜ ਜਾ, ਸਿੰਘਾਂ ਦੇ ਦਲ ਵਿੱਚ, ਸਿੰਘਾਂ ਦੇ ਡੇਰੇ ਵਿੱਚ ਚਲਾ ਜਾ, ਇੱਥੇ ਨਾ ਖਲੋ। ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਪਿਤਾ ਨੂੰ ਬਾਬੇ ਸੁੱਖਾ ਸਿੰਘ ਨੇ ਅਖੀਰੀ ਵਾਰ ਜੰਗ ਵਿੱਚ ਸ਼ਹੀਦੀ ਪਾਉਣ ਤੋਂ ਪਹਿਲਾਂ ਪਿੱਛੇ ਮੋੜ ਦਿੱਤਾ ਸੀ। ਆਏ ਸ਼ਾਮ ਸਿੰਘ ਪਾਸ ਖਲੋਆ। ਮੇਰਾ ਪਿਤਾ ਆਪਣੇ ਸਹੁਰੇ ਸ਼ਾਮ ਸਿੰਘ ਨਾਰਲੀ ਵਾਲੇ ਕੋਲ ਆ ਕੇ ਖਲੋ ਗਿਆ। ਇਤਨੇ ਮੈਂ ਫੌਜ ਪਹੁੰਚੀ ਆਏ। ਮੇਰਾ ਪਿਤਾ ਵਾਪਸ ਆਇਆ, ਉਹ ਕਹਿੰਦਾ ਮੈਂ ਡੇਰੇ ਪਹੁੰਚਿਆ ਹੀ ਸੀ ਕਿ ਪਿੱਛੋਂ ਠਾ ਠਾ ਹੋਣ ਲੱਗ ਪਈ, ਲੜਾਈ ਸ਼ੁਰੂ ਹੋ ਗਈ। ਅਬਦਾਲੀ ਦੀ ਫੌਜ ਸੁੱਖਾ ਸਿੰਘ ਦੇ ਕੋਲ ਪਹੁੰਚ ਗਈ। ਮੁੜ ਸਿੰਘਣ ਦੇ ਘੋੜੇ ਰਲਾਏ। ਪਿਛਲੇ ਪਾਸੇ ਜਿਹੜੇ ਸਿੰਘ ਸਨ ਉਹਨਾਂ ਨੇ ਵੀ ਘੋੜਿਆਂ ਦੇ ਕਾਠੀਆਂ ਪਾ ਲਈਆਂ। ਮੇਰੇ ਪਿਤਾ ਨੇ ਆ ਕੇ ਸ਼ਾਮ ਸਿੰਘ ਨੂੰ ਦੱਸਿਆ ਕਿ ਬਾਬਾ ਜੀ ਜਥੇਦਾਰ ਸੁੱਖਾ ਸਿੰਘ ਘੇਰੇ 'ਚ ਖੜ ਗਿਆ, ਉਹ ਕਹਿੰਦਾ ਮੈਂ ਲੜਨਾ, ਮੈਂ ਪਿੱਛੇ ਨਹੀਂ ਮੁੜਨਾ। ਤੇ ਅਬਦਾਲੀ ਦੀ ਫੌਜ ਉਧਰੋਂ ਲੜਨ ਲਈ ਆ ਗਈ ਹੈ। ਬਾਬੇ ਸ਼ਾਮ ਸਿੰਘ ਨਾਰਲੀ ਵਾਲੇ ਨੇ ਸਿੰਘਾਂ ਦੀ ਫੌਜ ਘੋੜਿਆਂ ਤੇ ਚੜਾ ਕੇ ਪਿੱਛੇ ਮਦਦ ਲਈ ਭੇਜ ਦਿੱਤੀ। ਬੰਦੂਕ ਤੇ ਤਲਵਾਰ ਚਲਾਈ। ਜਿਹੜੀਆਂ ਬੰਦੂਕਾਂ ਡੇਰੇ ਵਿੱਚ ਸਨ, ਤੀਰ ਕਮਾਨ ਸਨ, ਉਹ ਵੀ ਲੈ ਕੇ ਸਿੰਘ ਉੱਥੇ ਪਹੁੰਚ ਗਏ। ਤੀਰਾਂ ਗੋਲੀਆਂ ਦਾ ਮੀਂਹ ਵੈਰੀ ਤੇ ਵਰਾਣ ਲੱਗੇ। ਆਵਤ ਗਿਲਜੈ ਦਈ ਹਟਾਈ। ਗਿਲਜਿਆਂ ਦੀ ਫੌਜ ਜਿਹੜੀ ਬਹੁਤ ਪਠਾਣਾਂ ਦੀ ਚੜੀ ਆ ਰਹੀ ਸੀ, ਸ਼ਾਮ ਸਿੰਘ ਦੇ ਦਲ ਨੇ ਪਿੱਛੇ ਮੋੜ ਦਿੱਤੀ। ਖਰਕਲ ਲੜੇ ਨਾ ਆਏ ਚੱਲ। ਆ ਕਹਿੰਦੇ ਦੂਰ ਖੜ ਕੇ ਗੋਲੀਆਂ ਵਰਾਉਂਦੇ ਰਹੇ। ਪਠਾਨ ਸਿੰਘਾਂ ਤੋਂ ਡਰਦੇ ਨੇੜੇ ਨਹੀਂ ਆਉਂਦੇ। ਚੂਕ ਗਏ ਸਿੰਘਨ ਯਾ ਤੇ ਗੱਲ। ਉਹ ਕਹਿੰਦੇ ਸਿੰਘ ਉੱਥੇ ਖੜੇ ਰਹਿ ਗਏ, ਉਹ ਪਰਾਂ ਖੜੇ, ਲੜਾਈ ਗੋਲੀ ਚੱਲਦੀ ਰਹੀ। ਦੋਹਰਾ ਇੱਕ ਦੋਸਤੋ ਦਿਓ ਮੋੜ ਤਿੰਨ ਮਗਰੋਂ ਆਇਓ ਚੋਣ। ਭਾਈ ਰਤਨ ਸਿੰਘ ਜੀ ਕਹਿੰਦੇ ਆ ਵੀ ਇੱਥੇ ਸਿੰਘ ਥੋੜੀ ਗੱਲ ਦੀ ਭੁੱਲ ਕਰ ਗਏ, ਚੁੱਕ ਕਰ ਗਏ। ਪਹਿਲਾ ਦੁਸ਼ਮਣ ਦੀ ਫੌਜ ਤਾਂ ਜਿਹੜੀ ਸੀ ਉਹ ਮਾਰ ਦਿੱਤੀ ਸੀ। ਜੇ ਚਾਹੁੰਦੇ ਸੁੱਖਾ ਸਿੰਘ ਹੋਰੀ ਤਾਂ ਦੌੜ ਕੇ ਪਿੱਛੇ ਆ ਸਕਦੇ ਸਨ, ਬਚਾਅ ਕਰ ਸਕਦੇ ਸਨ, ਆਪਣੀਆਂ ਜਾਨਾਂ ਬਚਾ ਸਕਦੇ ਸਨ। ਪਰ ਸੁੱਖਾ ਸਿੰਘ ਤਾਂ ਉਸ ਵੇਲੇ ਇਹ ਹੀ ਮੰਨ ਬੈਠਾ ਸੀ ਵੀ ਆਪਾਂ ਸ਼ਹੀਦ ਹੀ ਹੋਣਾ ਹੈ, ਪਿੱਛੇ ਮੁੜਨਾ ਹੀ ਨਹੀਂ। ਉਸ ਕਰਕੇ ਸਿੰਘ ਅੜ ਗਏ ਤੇ ਇੱਕ ਦਸਤਾ ਦਾ ਦੁਸ਼ਮਣ ਦਾ ਗੋਲੀਆਂ ਨਾਲ, ਤੀਰਾਂ ਨਾਲ ਹੀ ਸਿੰਘਾਂ ਨੇ ਪਾਰ ਬੁਲਾਇਆ। ਪਿੱਛੋਂ ਚੌਗਣੀ ਫੌਜ ਅਬਦਾਲੀ ਦੀ ਹੋਰ ਆ ਗਈ। ਐਸ ਪੈਸੋ ਸਿੰਘ ਤੈ ਜਿਵ ਆਟੇ ਮੈਂ ਲੋਣ। ਸਿੰਘ ਏਦਾਂ ਘਿਰ ਗਏ ਜਿਵੇਂ ਆਟੇ 'ਚ ਲੂਣ ਹੁੰਦਾ ਥੋੜਾ ਜਿਹਾ। ਹਾਂਜੀ। ਸੁੱਖਾ ਸਿੰਘ ਦਿਲ ਮਿਮਾਈ ਜੈ ਹੋਵੇ ਅਹਿਮਦ ਸ਼ਾਹ। ਸੁੱਖਾ ਸਿੰਘ ਦੇ ਦਿਲ 'ਚ ਆਈ ਕਿ ਅੱਜ ਜੇ ਕਿਤੇ ਅਹਿਮਦ ਸ਼ਾਹ ਅਬਦਾਲੀ ਮੈਨੂੰ ਟੱਕਰ ਜਾਵੇ ਤੇ ਮੈਂ ਉਹਦਾ ਵੀ ਕੀਰਤਨ ਸੋਲਾ ਪੜ੍ਹ ਦਿਆਂ। ਤਿਸੋ ਹੱਥ ਮੈਂ ਜਾ ਕਰੋ ਜੇ ਕੋ ਦੈ ਬਤਾਏ। ਤੇ ਅਬਦਾਲੀ ਦੀ ਫੌਜ ਦੇ ਵਿੱਚ ਘੋੜਾ ਲੈ ਕੇ ਨਾ ਸੁੱਖਾ ਸਿੰਘ ਲੋਹੇ ਨਾਲ ਮੜਿਆ ਹੋਇਆ ਤੇ ਜਾ ਗੱਜਿਆ। ਅਕਾਲ ਹੀ ਅਕਾਲ ਦੇ ਜਕਾਰੇ ਕ ਜਾਂਦਾ ਤੇ ਉਹਨਾਂ ਦੇ ਸਿਪਾਹੀਆਂ ਨੂੰ ਪੁੱਛਦਾ ਤੁਹਾਡਾ ਬਾਦਸ਼ਾਹ ਕਿੱਥੇ ਹੈ? ਕਹਿੰਦਾ ਅਬਦਾਲੀ ਕਿੱਥੇ ਹੈ? ਕੱਢੋ ਉਹਨੂੰ ਬਾਹਰ ਮੇਰੇ ਸਾਹਮਣੇ ਲਿਆਓ। ਕਹਿੰਦਾ ਚੌਪਈ ਸੁੱਖਾ ਸਿੰਘ ਕਛ ਆਗੇ ਗਇਓ। ਕੱਲਾ ਹੀ ਸੁੱਖਾ ਸਿੰਘ ਦੁਸ਼ਮਣ ਦੀ ਫੌਜ ਦੇ ਵਿੱਚ ਜਾ ਵੜਿਆ। ਪੁੱਛਤ ਸਾਏ ਕਿਨ ਨਾਹੇ ਬਤਿਓ। ਉਹਨਾਂ ਪਠਾਣਾਂ ਨੂੰ ਪੁੱਛਦਾ ਅਬਦਾਲੀ ਕਿੱਥੇ ਹੈ, ਸ਼ਾਹ ਕਿੱਥੇ ਹੈ ਤੁਹਾਡਾ, ਬਾਦਸ਼ਾਹ ਕਿੱਥੇ ਹੈ? ਉਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਆਉਂਦੀ ਕੀ ਬੋਲਦਾ। ਇਹ ਉਹਨਾਂ ਦੀ ਬੋਲੀ ਇਹਨੂੰ ਨਹੀਂ ਸਮਝ ਆਉਂਦੀ, ਇਹਦੀ ਬੋਲੀ ਉਹਨਾਂ ਨੂੰ ਨਹੀਂ ਸਮਝ ਆਉਂਦੀ ਗਿਲਜਿਆਂ ਨੂੰ। ਤੇ ਉਹਨਾਂ ਨੂੰ ਪੁੱਛਦਾ ਪਰ ਬੇਈਮਾਨੋ ਦੱਸੋ ਤੁਹਾਡਾ ਬਾਦਸ਼ਾਹ ਕਿੱਥੇ ਆ, ਜਰਾ ਮੇਰੇ ਨਾਲ ਕੱਢੋ ਉਹਨੂੰ ਸਾਹਮਣੇ ਮੇਰੇ। ਤੇ ਉਹਨਾਂ ਨੂੰ ਤਲਵਾਰਾਂ ਮਾਰਦਾ, ਵਿੱਚੋਂ ਚੀਰਦਾ ਜਾਂਦਾ ਹੈ। ਸਮਝੇ ਨਾ ਕੋ ਤਿਸ ਕੀ ਬਾਤ। ਸੁੱਖਾ ਸਿੰਘ ਦੀ ਪੰਜਾਬੀ ਨੂੰ ਉਹ ਪਠਾਨ ਨਹੀਂ ਸਮਝਦੇ। ਗਰਦ ਗੁਬਾਰ ਵੈਰ ਪਰ ਗਈ ਬਾਤ। ਕਹਿੰਦੇ ਗਰਦ ਗੁਬਾਰ ਮੱਚ ਗਈ ਰਾਵੀ ਦੇ ਕਿਨਾਰੇ ਤੇ, ਤਲਵਾਰਾਂ ਢਾਲਾਂ ਖੜਕੀਆਂ, ਗੋਲੀਆਂ ਦੀ ਕਾੜ ਕਾੜ ਮਚੀ, ਤੀਰਾਂ ਦੀ ਛਾੜ ਛਾੜ ਮਚੀ, ਘੋੜਿਆਂ ਦੇ ਪੈਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ ਗਈ ਤੇ ਉਹ ਗਰਦ ਗੁਬਾਰ ਮਚ ਗਿਆ। ਸਿੰਘ ਕੀ ਕਛ ਉਹਾਂ ਲਗੀ ਨਾ ਘਾਤ। ਸੁੱਖਾ ਸਿੰਘ ਲੱਭਦਾ ਫਿਰਿਆ ਅਬਦਾਲੀ ਨੂੰ, ਦੁਸ਼ਮਣ ਦੇ ਦਲ ਦੇ ਵਿੱਚ ਵੜਿਆ ਹੋਇਆ। ਕਿੰਨਾ ਹੌਸਲਾ ਹੋਵੇਗਾ ਉਸ ਬੰਦੇ ਦਾ। ਸਾਧ ਸੰਗਤ ਜੀ, ਲੱਖਾਂ ਵੈਰੀ ਹੋਵੇ ਤੇ ਉਹਨਾਂ ਦੇ ਵਿੱਚ ਜਾ ਕੇ ਉਹਨੂੰ ਲਲਕਾਰਨਾ, ਉਹਦੇ ਬਾਦਸ਼ਾਹ ਨੂੰ ਪੁੱਛਣਾ ਵੀ ਕਿੱਥੇ ਹੈ।
ਤੇ ਬਾਬਾ ਸੁੱਖਾ ਸਿੰਘ ਜੀ ਗੱਜਦਾ ਫਿਰਦਾ ਘੋੜੇ ਦੇ ਚੜਿਆ ਹੋਇਆ। ਕਰੈ ਗਿਲਜਨ ਪਰ ਸਿੰਘ ਤੈ ਹਾਥ। ਤੇ ਅਬਦਾਲੀ ਤਾਂ ਨਾ ਲੱਭਿਆ, ਉਹ ਤਾਂ ਕਿੱਥੇ ਲੱਭਣਾ ਸੀਗਾ, ਬਾਦਸ਼ਾਹ ਅਕਸਰ ਪਿੱਛੇ ਹੀ ਹੁੰਦੇ ਆ। ਗਿਲਜਿਆਂ ਨਾਲ ਉਹਦਾ ਭੇੜਾ ਮਚ ਗਿਆ ਤੇ ਫਿਰ ਕੱਲਾ ਸ਼ੇਰ ਦਸ਼ਮੇਸ਼ ਦਾ ਸੈਂਕੜਿਆਂ ਨੂੰ ਮਾਰ ਕੇ ਸ਼ਹੀਦੀ ਪਾ ਗਿਆ। ਮਾਰ ਮੋਹ ਤੈ ਪਇਓ ਸ਼ਹੀਦ। ਬਾਬਾ ਸੁੱਖਾ ਸਿੰਘ ਜੀ ਰਾਵੀ ਦੇ ਕਿਨਾਰੇ ਸ਼ਾਹਦਰੇ ਦੇ ਕੋਲ ਲਾਹੌਰ ਦੇ ਵਿੱਚ ਅਬਦਾਲੀ ਦੀ ਫੌਜ ਨਾਲ ਲੜਦੇ ਹੋਏ ਸ਼ਹੀਦੀ ਪਾ ਗਏ। ਇਹ ਕਹਿ ਲਓ ਵੀ ਅਬਦਾਲੀ ਨੂੰ ਪਹਿਲੀ ਵਾਰ ਕਿਸੇ ਮਰਦ ਦਾ ਮੁਕਾਬਲਾ ਸਿੰਘਾਂ ਦੇ ਰੂਪ ਵਿੱਚ ਹੋਇਆ ਤੇ ਉਹ ਬਾਬਾ ਸੁੱਖਾ ਸਿੰਘ ਜੀ ਦਾ ਸੀ। ਹਾਂਜੀ। ਕਰੀ ਦੇਰਿਉਨ ਹਰਸੋ ਜੀਦ। ਔਰ ਸਾਧ ਸੰਗਤ ਜੀ ਸੁੱਖਾ ਸਿੰਘ ਨੇ ਸੱਚਖੰਡ ਵਿੱਚ ਵਾਸਾ ਪਾਇਆ, ਕਿਉਂਕਿ ਇਹੋ ਜਿਹੇ ਸੂਰਮੇ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਦਰਵਾਜ਼ੇ ਆਪੇ ਹੀ ਸੱਚਖੰਡ ਦੇ ਖੁੱਲੇ ਹੁੰਦੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਸਿੱਧੇ ਮਹਾਰਾਜ ਦੇ ਚਰਨਾਂ ਵਿੱਚ ਜਾਂਦੇ ਹਨ। ਦੋਹਰਾ ਸੁੱਖਾ ਸਿੰਘ ਉਹਾ ਮੁਇਓ ਫੌਜ ਸੋ ਮੁੜ ਸੋ ਤਰਫ ਲਾਹੌਰ। ਸੁੱਖਾ ਸਿੰਘ ਉੱਥੇ ਸ਼ਹੀਦ ਹੋ ਗਿਆ, ਹੋਰ ਵੀ ਕੁਝ ਸਿੰਘ ਸ਼ਹੀਦ ਹੋਏ, ਬਾਕੀ ਸਿੰਘਾਂ ਦੀ ਫੌਜ ਮੁੜ ਕੇ ਲਾਹੌਰ ਆ ਗਈ। ਅੱਗੇ ਸ਼ਲਕ ਲਾਹੌਰੀਆਂ ਦਈ ਸਿੰਘਨ ਪਰ ਜੋਰ। ਉੱਥੇ ਜਦੋਂ ਸਿੰਘ ਵਾਪਸ ਲਾਹੌਰ ਆਏ ਨਾ ਤੇ ਲਾਹੌਰੀਆਂ ਨੇ ਸਿੰਘਾਂ ਦੇ ਗੋਲੀ ਚਲਾਤੀ। ਉਹ ਜਿਹੜੇ ਲਾਹੌਰੀਏ ਜਿਨ੍ਹਾਂ ਦੀ ਮਦਦ ਲਈ ਸਿੱਖ ਉਤਰੇ ਸਨ, ਮੀਰ ਮੰਨੂ ਦੀ ਫੌਜ ਦੀ ਮਦਦ ਲਈ, ਉਹ ਮੀਰ ਮੰਨੂ ਦੇ ਸ਼ਹਿਰ ਵਾਲਿਆਂ ਨੇ ਜਾਂ ਫੌਜੀਆਂ ਨੇ, ਜਿਹੜੇ ਮੀਰ ਮੰਨੂ ਦੀ ਫੌਜ ਸੀ, ਉਹਨਾਂ ਨੇ ਸਿੱਖਾਂ ਤੇ ਗੋਲੀ ਚਲਾ ਦਿੱਤੀ। ਚੌਪਈ ਜਬਤ ਵੱਲ ਸਿੰਘਨ ਪਈ ਮਾਰੀ। ਦੋਹਾਂ ਪਾਸਿਆਂ ਤੋਂ ਸਿੰਘਾਂ ਨਾਲ ਖੁਆਰੀ ਹੋਈ, ਪਰੇਸ਼ਾਨੀ ਹੋਈ, ਮਾੜੀ ਹੋਈ। ਅਬਦਾਲੀ ਨਾਲ ਤਾਂ ਉਹ ਲੜਨ ਆਏ ਸਨ ਮੀਰ ਮੰਨੂ ਵੱਲੋਂ, ਪਰ ਮੀਰ ਮੰਨੂ ਦੀ ਫੌਜ ਹੀ ਸਿੱਖਾਂ ਨੂੰ ਮਾਰਨ ਲੱਗ ਪਈ। ਸਿੱਖ ਸੋਚਾਂ 'ਚ ਪੈ ਗਏ ਵੀ ਕੀ ਕਰੀਏ। ਤਬ ਖਾਲਸੇ ਕੋ ਪਈ ਖੁਆਰੀ। ਖਾਲਸੇ ਨੂੰ ਬੜੀ ਖੁਆਰੀ ਹੋਈ ਦੋਹਾਂ ਪਾਸਿਆਂ ਤੋਂ। ਤਬ ਖਾਲਸੋ ਆਏ ਤੇਰੇ ਅੜਾ। ਬਾਬਾ ਸ਼ਾਮ ਸਿੰਘ ਜੀ ਦੇ ਕੋਲ ਆ ਗਏ ਸਾਰੇ ਸਿੰਘ। ਰਾਤ ਪਵਾਈ ਹੋ ਕੇ ਖੜਾ। ਰਾਤ ਨੂੰ ਸਿੰਘਾਂ ਨੇ ਵਿਚਾਰਾਂ ਕੀਤੀਆਂ। ਦੋਹਰਾ ਰਾਤ ਪੜੀ ਸਿੰਘ ਸਬਨ ਗਨ ਕੀਓ ਡੇਰੋ ਮਾਝੇ ਵੱਲ। ਸਿੰਘਾਂ ਨੇ ਆਖਿਆ ਆਪਾਂ ਕੀ ਲੈਣਾ ਇਹਨਾਂ ਮੀਰ ਮੰਨੂ ਤੋਂ, ਆਪਾਂ ਇਹ ਵੀ ਮਾਰਦੇ ਆ ਗੋਲੀਆਂ, ਉਧਰੋਂ ਦੁਸ਼ਮਣ ਮਾਰਦਾ ਹੈ, ਸਾਡਾ ਮਿੱਤਰ ਤੇ ਨਾ ਮੀਰ ਮੰਨੂ ਹੈ ਤੇ ਨਾ ਅਬਦਾਲੀ ਹੈ, ਇਹਨਾਂ ਨੂੰ ਲੜਨ ਮਰਨ ਦਈਏ ਆਪਸ ਵਿੱਚ, ਆਪਾਂ ਇੱਥੋਂ ਚੱਲੀਏ। ਸਿੰਘਾਂ ਨੇ ਰਾਤ ਨੂੰ ਬਾਬਾ ਸ਼ਾਮ ਸਿੰਘ ਜੀ ਜਥੇਦਾਰ ਨਾਰਲੇ ਵਾਲੇ ਦੀ ਜਥੇਦਾਰੀ ਵਿੱਚ ਲਾਹੌਰ ਤੋਂ ਮਾਝੇ ਦੇਸ਼ ਨੂੰ ਚਾਲੇ ਪਾ ਦਿੱਤੇ। ਤੁਰਕ ਦੋ ਬੇਈਮਾਨ ਹੈ ਲੁੱਟ ਖਾਓ ਦੋਨ ਰਲ। ਅਬਦਾਲੀ ਵੀ ਦੁਸ਼ਮਣ ਸਾਡਾ, ਮੀਰ ਮੰਨੂ ਵੀ ਸਾਡਾ ਦੁਸ਼ਮਣ, ਦੋਵੇਂ ਬੇਈਮਾਨ ਨੇ, ਆਪਾਂ ਦੋਵਾਂ ਨੂੰ ਲੁੱਟ ਕੇ ਖਾਈਏ, ਆਪਾਂ ਇਹਨਾਂ ਤੋਂ ਕੀ ਲੈਣਾ ਹੈ, ਕਿਸੇ ਦੀ ਮਦਦ ਨਹੀਂ ਕਰਨੀ ਆਪਾਂ। ਇਹ ਸਿੰਘਾਂ ਨੇ ਫਿਰ ਫੈਸਲਾ ਕੀਤਾ। ਵਿਕਰਮ 18 ਸੈ ਬੀਤੇ ਉੱਪਰ 10ਵੇਂ ਸਾਲ। 1810 ਵਿਕਰਮੀ 1753 ਈਸਵੀ ਦੀ ਇਹ ਘਟਨਾ ਹੈ। ਪਇਓ ਸ਼ੀਸੋ ਸੁੱਖਾ ਸਿੰਘ ਸ਼ਾਹ ਕਾਬਲੀ ਨਾਲ। ਅਹਿਮਦ ਸ਼ਾਹ ਅਬਦਾਲੀ ਕਾਬਲੀ ਬਾਦਸ਼ਾਹ ਨਾਲ ਲੜਦਾ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਪੰਥ ਦਾ ਮਹਾਨ ਸੂਰਬੀਰ ਯੋਧਾ ਸ਼ਹੀਦੀ ਪਾ ਗਿਆ। ਸਿੰਘਨ ਕੋ ਔਰ ਤੁਰਕਨ ਕੋ ਕਰਨੋ ਭਲੋ ਨਾ ਜੋੜ। ਉਹ ਭਾਈ ਸਾਹਿਬ ਜੀ ਕਹਿੰਦੇ ਤੁਰਕਾਂ ਦਾ ਤੇ ਸਿੰਘਾਂ ਦਾ ਜੋੜ ਭਲਾ ਹੋ ਹੀ ਨਹੀਂ ਸਕਦਾ ਸੀ। ਤਬ ਹੀ ਬਿਦ ਖੋਟੀ ਪਵੈ ਦੇਵੇ ਚੰਡੀ ਤੋ। ਕਹਿੰਦੇ ਜੇ ਜੁੜਨ ਲੱਗਦੇ ਸਦੇ ਚੰਡੀ ਤੋੜ ਦਿੰਦੀ ਸੀਗੀ ਕੁਦਰਤ ਵੱਲੋਂ। ਚੰਡੀ ਭਾਵ ਜੰਗ ਦੀ ਸ਼ਕਤੀ ਜਿਹੜੀ ਖਾਲਸੇ ਦੇ ਗਾਤਰੇ ਪਾਈ ਹੈ ਸ੍ਰੀ ਸਾਹਿਬ, ਇਹ ਕਿੱਥੇ ਰਹਿਣ ਦਿੰਦੀ ਹੈ। ਸ਼ੇਰਾਂ ਨੂੰ ਕਦੀ ਭੇਡਾਂ ਦੇ ਵਾੜੇ 'ਚ ਰਹਿਣਾ ਬੜਾ ਮੁਸ਼ਕਲ ਹੈ, ਉਹ ਵੱਖਰੇ ਉਹ ਵੱਖਰੇ। ਉਹ ਤੁਰਕਾਂ ਦੀ ਕੂਟਨੀਤੀ, ਇਧਰ ਖਾਲਸੇ ਦਾ ਸੱਚ ਦਾ ਪਹਿਰਾ, ਲੜਾਈ ਆਪਸ ਵਿੱਚ ਹੁੰਦੀ ਰਹੀ। ਕਿਸ ਤਰ੍ਹਾਂ ਖਾਲਸਾ ਲਾਹੌਰ ਤੇ ਕਾਮਯਾਬ ਹੋਇਆ, ਕਿੱਦਾਂ ਦੇ ਸਮੇਂ ਆਏ, ਮੀਰ ਮੰਨੂ ਨੇ ਕਿਹੜੇ ਜ਼ੁਲਮ ਕੀਤੇ, ਫਿਰ ਉਹ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।